ਸਾਰੀਆਂ ਸੰਗਤਾਂ ਦੋਏ ਹੱਥ ਜੋੜ ਸਾਵਧਾਨ ਇਕਾਗਰਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਤੇ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਸੱਜੀ ਹੋਈ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ। ਗੁਰੂ ਜੀ ਕੇ ਖਾਸ रूप खालसा साध संगत जी, सत्संगी जनों, बुजुर्गों, माताओं, भरावो, भैनों, बच्चों, जिन्हां ते गुरु पातशाह ने कृपा करके ऐसे घोर कलयुग विच अपने सज्जे दरबार विच सज के बड़ी एकाग्रता नाल गुरु के बचन कीर्तन सुनदा सुभाग समा बख्शा है। ये दो रोजा समागम मेरे अति सत्कारयोग बापू की नाम से संपूर्ण सिंह जी ते जो जिन्हें संगत की है संत बाबा हजारा सिंह जी की, उन्होंने समर्पित दोहां शख्सियतां नूं उन्हां दे पोतरे ते शायद दोतरे वालों सरदार भाई सरवण सिंह जी, सरदार सुखविंदर सिंह जी, जिन्हां तो गुरु पातशाह ने सेवा लै रहे हैं। अज की रात की सेवा निष्काम कीर्तनी जथे वालों भुगताई जा रही। बेशक बहुत ज़्यादा धुंध है, फिर भी संगतां दूर दराडों अपने गुरु अपने बजुर्गों की अकीदत विच शरधा के फुल भेट करने एकत्र होए। कीर्तन वालों आप जी की सेवा हो चुकी है। थोड़े चिर लई दास नूं आप जी की सेवा लिए हुक्म होया। सब तो पहला मैं अपनी बाखबती कराना हुन्ना। मैनूं थोड़ा इस गल का मन चाहता हुंदा कि गुरु पंथ के दो हिस्से ने। एक हिस्से विच हैगे ने ग्रंथी सिंह, पाठी सिंह, कविश्री, कीर्तनीय सिंह, ढाडी, कथावाचक, प्रचारक, नाल नाल जथेदार ने। काल तख्त साहब का जथेदार है, पंजां तख्तां दे पंज जथेदार ने। एक पासा हैगा गुरु पंथ का। इन्हां बारे दास बेनती करदा हुंदा कि इस सारे जिहड़े सत्कारयोग पदवियां ने गुरु घर च, इन्हां विच योग्यता होनी चाहिए है काफ़ी ज़्यादा।
ਜਿਹੜਾ ਵੀ ਕਿਸੇ ਨਾਲ ਕੰਮ ਕਰਨਾ ਉਸ ਕੰਮ ਵਿੱਚ ਉਹਨੂੰ ਕਾਫੀ ਮੁਹਾਰ, ਆਮ ਲੋਕਾਂ ਤੋਂ ਉਹਨੂੰ ਜ਼ਿਆਦਾ ਨੌਲੇਜ ਹੋਣਾ ਚਾਹੀਦਾ। ਗ੍ਰੰਥੀ ਸਿੰਘ ਕੋਲ ਵੀ ਮੇਰੀ ਸੋਚ ਅਨੁਸਾਰ ਇੱਕ ਸਰਟੀਫਿਕੇਟ ਚਾਹੀਦਾ, ਘੱਟੋ ਘੱਟ 2.5-3 ਸਾਲ ਦਾ ਉਹਦਾ ਤਜਰਬਾ ਉਸ ਗੱਲ ਵਿੱਚ ਹੋਣਾ ਚਾਹੀਦਾ। ਪਾਠੀ ਸਿੰਘ ਕੋਲ ਵੀ ਮੇਰੀ ਸੋਚ, ਪਾਠੀ ਨੂੰ ਮੈਂ ਦੋ ਕਿਸਮ ਦੇ ਲੈਂਦੇ ਹਾਂ। ਇੱਕ ਪਾਠੀ ਸਿੰਘ ਉਹ ਹੁੰਦਾ ਜਿਹੜਾ ਆਪਣੇ ਘਰੇ ਹੀ ਪਾਠ ਕਰਨਾ ਹੈ, ਉਹਦੇ ਕੋਲ ਬੇਸ਼ੱਕ ਯੋਗਤਾ ਨਾ ਹੋਏ ਬਹੁਤੀ, ਪਰ ਉਹਨੂੰ ਵੀ ਗੁਰਬਾਣੀ ਸ਼ੁੱਧ ਪੜ੍ਹਨ ਦਾ ਗੁਰੂ ਘਰ 'ਚ ਬਹੁਤ ਹੀ ਵਿਧਾਨ ਤੁਰਿਆ ਆਇਆ, ਸ਼ੁਰੂ ਤੋਂ ਤੁਰਿਆ ਆਇਆ। ਔਰ ਐਸੀ ਸਾਖੀ ਵੀ ਹੈ ਗੁਰੂ ਘਰ ਵਿੱਚ ਕਿ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼੍ਰੀ ਹਰਗੋਬਿੰਦਪੁਰੇ 'ਚ ਕਿਤੇ ਖੁਸ਼ੀ ਵਿੱਚ ਆ ਕੇ ਸੰਬੋਧਨ ਕਰਦੇ ਨੇ ਵੀ ਸੰਗਤ ਵਿੱਚੋਂ ਕੋਈ ਸਿੱਖ ਉੱਠੇ ਜਿਹੜਾ ਸਾਨੂੰ ਸਪਸ਼ਟ ਤੇ ਇੱਕ ਮਨ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਸੁਣਾਏ। 3 ਵਾਰ ਕਹਿਣ ਤੋਂ ਹੁਣ ਗੁਰੂ ਦੇ ਹਜ਼ੂਰੀ ਵਿੱਚ ਕਿਸੇ ਸਿੱਖ ਦੀ ਕੀ ਜ਼ਰੂਰਤ ਹੈ ਜਿਹੜਾ ਆਖੇ ਵੀ ਮੈਂ ਸਪਸ਼ਟ ਵੀ ਕਰੂੰਗਾ ਤੇ ਮਨ ਵੀ ਕਾਗਰ ਰੱਖੂੰਗਾ। ਬੜੀ ਔਖੀ ਪਰਚਾ ਪਾਇਆ ਔਰ ਉਸ ਪਰਚੇ ਵਿੱਚ ਗੁਰੂ ਨੇ ਪ੍ਰੇਰ ਕੇ ਆਪਣੇ ਸਿੱਖ ਤੋਂ ਸੇਵਾ ਲਈ ਭਾਈ ਗੋਪਾਲੇ ਤੋਂ। ਭਾਈ ਗੋਪਾਲਾ ਜੀ ਨੇ ਇਹ ਬੇਨਤੀ ਕੀਤੀ ਵੀ ਮਹਾਰਾਜ ਤੁਹਾਡੇ ਚਰਨਾਂ 'ਚ ਅਰਦਾਸ ਹੈ, ਮੈਂ ਦਮ ਨਹੀਂ ਭਰਦਾ ਵੀ ਮੈਂ ਠੀਕ ਪੜੂੰਗਾ, ਪਰ ਅਰਦਾਸ ਹੈ ਸਿੱਖ ਦੀ ਲਾਜ ਪੱਤ ਰੱਖਣੀ, ਕੋਸ਼ਿਸ਼ ਕੀਤੀ ਜਾਏਗੀ। ਔਰ ਭਾਈ ਜੀ ਨੇ ਜਦੋਂ ਸਪਸ਼ਟ ਤੇ ਇਕਾਗਰਚਿਤ ਹੋ ਕੇ ਬਿਲਕੁਲ ਆਖਰੀ ਸ਼ਲੋਕ ਤੱਕ ਚਲੇ ਜਾਂਦੇ ਨੇ, ਜਤ ਪਹਾਰੇ ਤੱਕ, ਉੱਥੋਂ ਜਦੋਂ ਪੌੜੀ ਤੱਕ ਜਾਂਦੇ ਨੇ ਤੇ ਉਹ ਤੋਂ ਬਾਅਦ ਉਹਨਾਂ ਦਾ ਮਨ ਥੋੜਾ ਫਿਸਲਣਾ ਸ਼ੁਰੂ ਹੁੰਦਾ ਵੀ ਜੇ ਗੁਰੂ ਪਾਤਸ਼ਾਹ ਮੇਰੇ ਪਾਠ ਤੇ ਖੁਸ਼ ਹੋ ਜਾਣ ਤੇ ਮੈਨੂੰ ਇੱਕ ਘੋੜਾ ਦੇ ਦੇਣ। ਕੁਛ ਐਸੀ ਸੋਚ ਆ ਜਾਂਦੀ ਹੈ। ਮਾਇਆ ਇੱਕ ਬੜੀ ਵੱਡੀ ਪ੍ਰਬਲ ਚੀਜ਼ ਹੈ ਜਿਹੜੀ ਇਸ ਰਸਤੇ ਸਿਰ ਬੰਦੇ ਨੂੰ ਬੜੀ ਰੁਕਾਵਟਾਂ ਪਾਉਂਦੀ ਹੈ ਔਰ ਪਾਉਂਦੀ ਰਹਿੰਦੀ ਹੈ। ਮੈਂ ਘੁੰਮਣਾ 'ਚ ਵੀ ਇਹ ਗੱਲ ਦੇਖੀ ਹੈ ਕਿ ਉਹਨੇ ਵੀ ਇਸ ਗੱਲ ਨੂੰ ਬੜਾ ਤਰਜੀਹ ਦਿੱਤੀ ਹੈ ਕਿ ਇਹਨੂੰ ਬਹੁਤਾ ਇਹਦੇ ਨਾਲ ਬਹੁਤੀ ਸਾਂਝ ਨਾ ਪਾਈ ਜਾਏ। ਮਾਇਆ 2 ਕਿਸਮ ਦੀ ਹੈ। ਮੈਂ ਦੂਰ ਨਾ ਜਾਵਾਂ, ਕਹਿਣ ਤੋਂ ਭਾਵ ਜੋ ਇਤਿਹਾਸ ਹੈ ਸਿੱਖ ਕੌਮ ਦਾ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਕਿ ਐਨੀ ਉਹਦੀ ਇਕਾਗਰਤਾ ਤੇ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਆਉਣ ਲੱਗ ਪਿਆ ਵੀ ਮੈਂ ਐਸੇ ਪਿਆਰੇ ਸਿੱਖ ਨੂੰ ਆਪਣੀ ਗੱਦੀ ਕਿਉਂ ਨਾ ਦੇ ਦੇਵਾਂ। ਪਰ ਜਦੋਂ ਉਹਦਾ ਮਨ ਫਿਸਲਦਾ ਆ ਤੇ ਗੁਰੂ ਸਾਹਿਬ ਫਿਰ ਨਿੱਠ ਕੇ ਬੈਠਦੇ ਨੇ ਤੇ ਹਜੇ ਉਹਦਾ ਕੇਤੀ ਛੁੱਟੀ ਨਾਲ ਹੋਣ ਡਿਆ ਤੇ ਗੁਰੂ ਪਾਤਸ਼ਾਹ ਇੱਕ ਸਿੱਖ ਨੂੰ ਸੰਬੋਧਨ ਕਰਕੇ ਕਹਿੰਦੇ ਵੀ ਫਲਾਨਾ ਘੋੜਾ ਤੇ ਉਸ ਜਿਹੜੀ ਕਾਠੀ ਹੈ ਉਹਦੇ ਤੇ ਪਾ ਕੇ ਉਹਨੂੰ ਸਜਾ ਕੇ ਦਰਬਾਰ 'ਚ ਲੈ ਕੇ ਆਓ, ਇਹ ਸਿੱਖ ਦਾ ਸਨਮਾਨ ਕੀਤਾ ਜਾਏਗਾ। ਭਾਵ ਇੰਨੀ ਜ਼ਰੂਰੀ ਹੈ ਇਸ ਚੀਜ਼ ਦੀ ਕਿ ਜੇ ਕਿਸੇ ਸਿੱਖ ਨੇ ਐਸੀ ਗਲਤੀ ਕੀਤੀ ਹੈ ਕਿ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ, ਕਹਿ ਦੀ ਥਾਂ ਦਲਾਈਆਂ ਸੀ, ਉੱਥੇ ਇੱਕ ਖਿਆਰੀ ਬੋਲ ਦਿੱਤੀ, ਕੇ ਜਾਣੇ ਕਹਿ ਦਿੱਤਾ ਜਾਂ ਲੇਵਾਂ ਬੋਲ ਦਿੱਤੀ ਤੇ ਉਸ ਸਿੱਖ ਨੂੰ ਸ਼ਾਇਦ ਚਪੇੜ ਵੀ ਮਾਰੀ ਗਈ ਵੀ ਤੂੰ ਅਰਥ ਦਾ ਅਨਰਥ, ਗੁਰਬਾਣੀ ਦਾ ਅਨਰਥ ਕਰ ਦਿੱਤਾ। ਇਸ ਕਰਕੇ ਇਹ ਜਿਹੜੀ ਕੰਮ 'ਚ ਬੰਦੇ ਨਾਲ ਨਿਕਲਣਾ, ਸੰਗਤ ਇੱਕ ਬੜੀ ਸਾਡੇ ਕੋਲ ਜੱਜਮੈਂਟ ਲੈ ਬੈਠੇ ਨੇ, ਬੜੇ ਸਿਆਣੇ ਲੋਕ ਸੰਗਤ ਬੈਠੇ ਹੁੰਦੇ ਨੇ, ਤਾਂ ਮੈਂ ਬੇਨਤੀ ਕਰਦਾ ਵੀ ਇਹ ਗ੍ਰੰਥੀ ਸਿੰਘ ਕੋਲ ਵੀ ਸਰਟੀਫਿਕੇਟ ਔਰ ਜਿੱਥੋਂ ਸਰਟੀਫਿਕੇਟ ਪ੍ਰਾਪਤ ਕੀਤਾ ਅਸੀਂ ਉਹਨੂੰ ਪੁੱਛ ਸਕਦੇ ਹਾਂ ਵੀ ਤੁਸੀਂ ਇਹਨੂੰ ਕੁਛ ਕਮੀ ਪੇਸ਼ੀ ਹੈ, ਤੇ ਨਾਲ ਪਾਠੀ ਸਿੰਘ ਕੋਲ ਵੀ ਜਿਹਨਾਂ ਸੰਗਤ ਵਿੱਚ ਪਾਠ ਕਰਕੇ ਸੁਣਾਉਣਾ ਸੰਗਤ ਨੂੰ, ਤਾਂ ਕਿ ਸੰਗਤ ਚੋਂ ਕੋਈ ਪ੍ਰਾਣੀ ਉੱਠ ਕੇ ਉਹਨਾਂ ਤੇ ਕਿਸੇ ਗੁਰਬਾਣੀ ਦੀ ਤੁਕ ਦਾ ਮੁਤਾਲਿਆ ਸਮਝਣ ਲੱਗ ਪਏ ਤਾਂ ਉਹ ਸਹੀ ਕੁਛ ਨਾ ਕੁਛ ਉੱਤਰ ਦੇ ਸਕੇ, ਟਾਲ ਮਟੋਲੇ ਨਾ ਕਰ ਸਕੇ। ਇਹ ਕੋਈ ਸਬਜੈਕਟ ਹੈ ਧਰਮ ਦਾ। ਜਿਹੜੇ ਹੈਗੇ ਨੇ ਇਹ ਕੈਟੇਗਰੀ, ਇਹਦੇ 'ਚ ਮੇਰੀ ਸੋਚ ਹੁੰਦੀ ਹੈ ਵੀ ਇਹਨਾਂ ਕੋਲ ਅਕੈਡਮਿਕ ਯੋਗਤਾ ਭਾਵ ਵਿਦਿਅਕ ਵੀ ਚਾਹੀਦੀ ਯੋਗਤਾ ਤੇ ਨਾਲ ਆਪਣੇ ਕੰਮ ਵਿੱਚ ਪਰਫੈਕਟ ਚਾਹੀਦਾ ਤੇ ਨਾਲ ਸਿੱਖੀ ਜੀਵਨ ਵਿੱਚ ਜੀਵਨ ਗੁਣੂੰਦ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਜੀਵਨ ਤੋਂ ਲੋਕਾਂ 'ਚ ਪ੍ਰਭਾਵ ਪੈਣਾ ਹੁੰਦਾ। ਇਹ ਜ਼ਰੂਰੀ ਹੈ, ਇਹਨਾਂ ਨੂੰ ਚਾਹੀਦੇ ਆ। ਤੇ ਜਿਹੜੀ ਦੂਸਰੀ ਕੈਟੇਗਰੀ ਹੈ ਸਿੱਖ ਪੰਥ ਵਿੱਚ ਉਹ ਹੈਗੀ ਜੇ ਜਿਵੇਂ 5 ਪਿਆਰੇ, ਸੰਤ ਜੀ, ਬਾਬਾ ਜੀ, ਮਹਾਂਪੁਰਖ ਜੀ, ਬ੍ਰਹਮ ਗਿਆਨੀ ਜੀ, ਹਜੂਰ ਮਹਾਰਾਜ, ਜਾਂ ਕਿਤੇ ਮੈਂ ਇੱਕ ਬੋਰਡ ਪੜ੍ਹਿਆ ਕਿਸੇ ਇੱਥੇ ਇਸ ਏਰੀਏ 'ਚ ਜਿੱਥੇ ਪਰਮਹੰਸ ਜਿਹੜੀ ਗੁਰੂ ਘਰ 'ਚ ਪਦਵੀ ਹੈ, ਭਾਈ ਗੁਰਦਾਸ ਦੀਆਂ 12 'ਚ ਸ਼ੋਅ ਕੀਤੀ ਹੋਈ ਹੈ ਪਰਮਹੰਸ ਜੀ, ਜਾਂ ਫਿਰ ਬਹੁਤ ਉੱਚੀ ਗੱਲ ਵੀ ਕੀਤੀ ਗਈ ਹੈ। ਕਹਿਣ ਤੋਂ ਭਾਵ ਜਿਹੜੀ ਇਹ ਕੈਟੇਗਰੀ ਹੈ, ਇੱਥੇ ਇੱਕ ਗੁਰੂ ਪੰਥ ਵਿੱਚੋਂ ਜਥੇਦਾਰ ਵੱਲੋਂ ਕਿਸੇ ਨੂੰ ਜਿਨ੍ਹਾਂ ਪੰਥਕ ਸੇਵਾ ਚੰਗੀ ਨਿਭਾਈ ਹੈ ਜਾਂ ਕਿਸੇ ਦਬਾ ਥੱਲੇ ਆ ਕੇ ਦੇ ਰਿਹਾ ਹੋ ਫਕਰੇ ਕੌਮ ਦਾ ਖਿਤਾਬ, ਜਾਂ ਭਾਈ ਜਸਵੀਰ ਸਿੰਘ ਖੰਨੇ ਵਾਲੇ ਨੂੰ ਦੇ ਰਿਹਾ, ਜਾਂ ਕਿਸੇ ਨੂੰ ਜਥੇਦਾਰ ਸਾਹਿਬ ਦੇ ਰਹੇ ਨੇ ਖਿਤਾਬ, ਉਹ ਦੇ ਰਹੇ ਨੇ ਪੰਥ ਰਤਨ, ਜਾਂ ਉਹ ਐਸੇ ਕੁਝ ਖਿਤਾਬ ਪੰਥ ਵੱਲੋਂ ਦਿੱਤੇ ਜਾਂਦੇ ਨੇ।
ਇਹ ਜਿਹੜੀ ਕੈਟੇਗਰੀ ਹੈ, ਇਹਨਾਂ ਵਿੱਚ ਵਿਦਿਅਕ ਯੋਗਤਾ ਦੀ ਕੋਈ ਲੋੜ ਨਹੀਂ। ਸੰਤਾਂ 'ਚ, ਮਹਾਂਪੁਰਖਾਂ 'ਚ ਜਾਂ ਇਹਨਾਂ 'ਚ, ਇਹਨਾਂ ਨੂੰ ਇਹ ਨਹੀਂ ਵੀ ਇਹ BA ਹੋਣੇ ਚਾਹੀਦੇ ਜਾਂ PhD ਹੋਣੀ ਚਾਹੀਦੀ ਇਹਨਾਂ ਦੀ, ਇਹ ਕੋਈ ਜ਼ਰੂਰੀ ਨਹੀਂ। ਪੜ੍ਹੇ ਹੋਣ ਤੇ ਅੱਛੀ ਗੱਲ ਹੈ, ਮੈਂ ਨਹੀਂ ਕਹਿੰਦਾ ਜ਼ਰੂਰੀ ਨਹੀਂ, ਪਰ ਇਹਨਾਂ ਦਾ ਜੀਵਨ ਉਸ ਕੈਟੇਗਰੀ ਤੋਂ ਵੀ ਉੱਚਾ ਹੋਣਾ ਚਾਹੀਦਾ। ਇਹਨਾਂ ਵਿੱਚ ਜੋ ਗੁਰੂ ਪੰਥ ਦੀ ਸੋਚ ਹੈ, ਇੱਕ ਸੰਤ ਦੀ ਪਰਿਭਾਸ਼ਾ ਹੈ, ਉਹ ਝਲਕਣੀ ਚਾਹੀਦੀ ਹੈ। ਭਾਵ ਜਿਵੇਂ ਗੁਰੂ ਪਾਤਸ਼ਾਹ ਕਹਿਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸਈ ਸੰਤ। ਇੱਥੇ ਪਰਿਭਾਸ਼ਾ ਦੇ ਦਿੱਤੀ ਇੱਕ ਸੰਤ ਦੀ, ਉਹਦੀ ਇੱਕ ਲੱਖਣ ਦਿੱਤੀ ਹੈ, ਉਹਦੇ 'ਚ ਜੀਵਨ ਇੱਕ ਦਿੱਤਾ, ਨਾਲ ਐਸਾ ਜੀਵਨ ਦਿੱਤਾ ਕਿ ਤੈਸਾ ਹਰਖ ਤੈਸਾ ਸੋਗ। ਜੇ ਉਹ ਸੰਤ ਨੂੰ ਖੁਸ਼ੀ ਆਈ ਹੈ, ਮੈਂ ਸੰਤਾਂ ਦੇ ਜੀਵਨ ਤੋਂ ਥੋੜ੍ਹਾ ਜਿਹਾ ਫੋਲੋ ਕੀਤਾ ਹੈ ਕਿ ਜੇ ਉਹਨਾਂ ਦੇ ਬੇਟੇ ਦਾ, ਮੈਨੂੰ ਨਹੀਂ ਪਤਾ ਕਿਵੇਂ ਡੈਥ ਹੋਈ ਹੈ ਇੱਕ ਬੇਟੇ ਦੀ, ਤੇ ਉਹਦੇ ਮੈਨੂੰ ਜੋ ਪਤਾ ਲੱਗਿਆ ਸੀ, ਹੋ ਸਕਦਾ ਗਲਤ ਹੈ ਜਾਂ ਠੀਕ ਹੈ, ਪਰ ਉਹ ਉਹਦੇ ਮਗਰ ਨਹੀਂ ਗਏ, ਉਹਦੇ ਨੜੋਏ ਦੇ ਮਗਰ ਨਹੀਂ ਗਏ, ਜੋ ਮੈਨੂੰ ਪਤਾ ਲੱਗਿਆ। ਹੋ ਸਕਦਾ ਗਲਤ ਹੈ, ਮੈਂ ਨਹੀਂ ਕਹਿੰਦਾ। ਦੂਸਰੇ ਪਾਸੇ ਉਹਨਾਂ ਦੇ ਬੇਟੇ ਦੀ ਸ਼ਾਦੀ ਹੋਈ ਹੈ ਮਹਿੰਦਰ ਸਿੰਘ ਜੀ ਦੀ, ਤੇ ਉਸ ਦੀ ਸ਼ਾਦੀ ਵਿੱਚ ਵੀ ਸਮੂਲੀਅਤ ਨਹੀਂ ਕੀਤੀ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਨਹੀਂ ਕਰਨੀ ਚਾਹੀਦੀ। ਮੈਂ ਇਹਨਾਂ ਜੇ ਭਾਈ ਭਿਖਾਰੀ ਕਰ ਸਕਦੇ ਨੇ ਤੇ ਮਹਾਂਪੁਰਖ ਵੀ ਕਰ ਸਕਦੇ ਨੇ, ਐਸੀ ਕੋਈ ਗੱਲ ਨਹੀਂ, ਪਰ ਉਹਨਾਂ ਦੀ ਸੋਚ ਹੈ ਆਪਣੀ। ਕਹਿਣ ਤੋਂ ਭਾਵ ਉਸ ਸ਼ਖਸੀਅਤ ਨੂੰ ਖੁਸ਼ੀ ਤੇ ਗਮੀ ਦੋਏ ਇੱਕੋ ਜਿਹੀਆਂ। ਤੈਸਾ ਹਰਖ ਤੈਸਾ ਸੋਗ ਮੈਨੇ ਗਮੀ, ਹਰਖ ਮੈਨੇ ਖੁਸ਼ੀ। ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਜੋਗ। ਉਹਨੂੰ ਹਮੇਸ਼ਾ ਖੇੜਾ। ਇਹ ਮੈਂ ਉਹਨਾਂ ਦੇ ਮੁਖਾਰਬਿੰਦ ਤੋਂ ਸੁਣਿਆ, ਜਿੱਥੇ ਮੈਂ ਬਾਪੂ ਸਪੂਰਨ ਸਿੰਘ ਨੂੰ ਜ਼ਿਆਦਾ ਨਹੀਂ ਗਾ ਜਾਣਦਾ, ਬਿਲਕੁਲ ਬਹੁਤ ਇੱਕ ਅੱਧੀ ਵਾਰ ਸਾਡੀ ਕਿਤੇ ਮੇਰੀ ਸ਼ਾਇਦ ਭੇਟ ਹੋਈ ਹੋਈ, ਕਿਉਂਕਿ ਮੈਂ ਸੰਗਤ ਵਿੱਚ ਹਮੇਸ਼ਾ ਪਿੱਛੇ ਰਹਿਣ ਦਾ ਯਤਨ ਕਰਦਾ ਰਿਹਾ, ਮੈਂ ਅੱਗੇ ਆਉਣ ਦਾ ਕੋਈ ਯਤਨ ਨਹੀਂ ਕੀਤਾ। ਪਰ ਕੁਝ ਸਮਾਂ ਮੈਨੂੰ ਜ਼ਰੂਰ ਸੰਤਾਂ ਦੀ ਸੰਗਤ ਨਸੀਬ ਹੋਈ ਹੈ, ਨਸ਼ਹਿਰੇ ਤੋਂ ਵੀ ਨਸੀਬ ਹੋਈ ਹੈ, ਉਸ ਤੋਂ ਬਾਅਦ ਇਹਨਾਂ ਦੀ ਸੰਗਤ ਮੈਨੂੰ ਨਸੀਬ ਹੋਈ ਹੈ। ਇਹ ਗੱਲ ਮੈਂ ਇਹਨਾਂ 'ਚ ਜ਼ਰੂਰ ਦੇਖੀ ਹੈ, ਜਿਵੇਂ ਖੁਸ਼ੀ ਗਮੀ ਵੀ ਦੇਖੀ ਹੈ, ਇਹ ਤੁਹਾਨੂੰ ਮੈਂ ਸਾਂਝੀ ਕੀਤੀ ਹੈ। ਅੱਗੇ ਹੈਗਾ ਸੀ ਤੈਸਾ ਹਰਖ ਤਾਂ ਸਦਾ ਆਨੰਦ ਤੈ ਨਹੀਂ ਵਿਜੋਗ। ਇਹ ਨਹੀਂ ਇੱਕ ਦੋ ਵਾਰ, ਮੈਂ ਉਸ ਗੱਲ ਨੂੰ ਜ਼ਿਆਦਾ ਤੁਹਾਡੇ ਨਾਲ ਸਾਂਝ ਪਾਊਂਗਾ ਜਦੋਂ ਮੈਂ ਕੰਨਾਂ ਨਾਲ ਸੁਣੀ ਹੈ। ਇਹ ਨਹੀਂ ਕਿਹਾ ਕਿ ਬੇਸ਼ੱਕ ਤਾਂ ਇਹ ਐਵੇਂ ਹੈ, ਮਤਲਬ ਆਪਣੇ ਆਪ ਨੂੰ ਘਟੀਆ ਜਾਂ ਸ਼ਬਦਾਵਲੀ ਵਰਤਦੇ ਨੇ, ਪਰ ਇਹਦਾ ਭਲਵਾਨਾਂ ਦੀ ਹਿੱਕ ਤੇ ਬਹਿ ਕੇ ਵੀ ਬਾਤਾਂ ਪੜ੍ਹਨ ਨੂੰ ਜੀ ਕਰਦਾ, ਤੇ ਸ਼ਾਹੂਕਾਰ ਦੀ ਹਿੱਕ ਤੇ ਬਹਿ ਕੇ ਵੀ ਬਾਤਾਂ ਪੜ੍ਹਨ ਨੂੰ ਜੀ ਕਰਦਾ। ਹੁਣ ਇਹ ਗੱਲ ਦਾ ਕੀ ਅਰਥ ਹੈ ਮੈਨੂੰ ਨਹੀਂ ਪਤਾ। ਕਹਿਣ ਤੋਂ ਭਾਵ ਸ਼ਾਹੂਕਾਰ ਵੀ ਦੁਖੀ ਹੈ, ਭਲਵਾਨ ਵੀ ਜੇ ਉੱਚਾ ਕੋਈ ਉਹਨੂੰ ਢਾਹ ਗਿਆ ਤਾਂ ਉਹ ਦੁਖੀ ਹੋ ਗਿਆ, ਜਾਂ ਜੇ ਆਕੜ ਗਿਆ ਕਿਤੇ ਜਾ ਕਿਤੇ ਦੁਖੀ ਹੋ ਗਿਆ। ਇਹ ਜਿਹੜੀ ਸੰਸਾਰ ਦੀ ਦੁਬਿਧਾ ਆ, ਇਹ ਉਹਨਾਂ 'ਚ ਨਹੀਂ ਹੁੰਦੀ ਬਿਲਕੁਲ। ਇਹ ਹੈ ਇਸ ਸਟੈਪ, ਸਦਾ ਆਨੰਦ ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਚਿਹਰੇ 'ਤੇ ਕਦੀ ਉਹ ਨਹੀਂ ਆਈ, ਚਿੰਤਾ ਦਾ ਰੇਖ ਨਹੀਂ ਆ ਰਹੀ। ਸਦਾ ਆਨੰਦ ਤਾਂ ਨਹੀਂ ਵਜੋਤਾ, ਤੈਸਾ ਸੁਵਰਨ ਤੈਸੀ ਸਮਰਟ। ਜੇ ਉਹਨਾਂ ਅੱਗੇ ਸੋਨਾ ਰੱਖ ਦਿੱਤਾ ਉਹ ਵੀ ਕੋਈ ਵੈਲਿਊ ਨਹੀਂ, ਤੇ ਜੇ ਮਿੱਟੀ ਹੈ ਤੇ ਉਹਦੀ ਵੀ ਸੇਮ ਮਤਲਬ ਦੋਹਾਂ ਦਾ ਦਰਜਾ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਭਾਵ ਉਹਨਾਂ ਨੂੰ ਜ਼ਹਿਰ ਬੁੱਸੀ ਖੀਰ ਮੈਂ ਖਾਂਦੇ ਦੇਖੇ 4-4 ਦਿਨ ਦੀ। ਦੁੱਧ ਜਿਹੜਾ ਬਿਲਕੁਲ ਖਰਾਬ ਹੋਇਆ, ਘਰਦਿਆਂ 'ਚ ਨਹੀਂ ਜੰਮਿਆ, ਉਹ ਲਿਆ ਕੇ ਉੱਥੇ ਰੱਖ ਦਿੱਤਾ, ਉਹੀ ਵਰਤ ਲਿਆ। ਅੱਛੀ ਵੀ ਚੀਜ਼ ਖਾਧੀ ਤੇ ਜਿੱਦਾਂ ਦੀ ਵੀ ਆਈ ਉਦਾਂ ਦੀ ਵੀ ਚੀਜ਼ ਖਾ ਕੇ ਗੁਜ਼ਾਰਾ ਕੀਤਾ। ਸ਼ਾਇਦ ਪਹਿਲੀ ਜ਼ਿੰਦਗੀ 'ਚ ਕੋਈ ਐਸੀ ਚੀਜ਼ ਦਾ ਸੇਵਨ ਕੀਤਾ ਹੋਏ ਜਿਹੜਾ ਪਰਿਵਾਰ ਵਿੱਚੋਂ ਨਹੀਂ ਸਾਂਝ ਮਿਲੀ, ਆਪ ਹੀ ਹੱਥੀਂ ਕੋਈ ਚੀਜ਼ ਬਣਾ ਕੇ ਖਾਣੀ ਪਈ ਹੋਏ। ਉਹ ਇੱਕ ਜੀਵਨ ਦਾ ਇੱਕ ਪਹਿਲੂ ਹੈ। ਕਹਿਣ ਤੋਂ ਭਾਵ ਇਹ ਹੈਗਾ ਕਿ ਤੈਸਾ ਸੁਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਇਸ ਸੰਦਰਭ ਵਿੱਚ ਮੈਂ ਦੇਖਿਆ, ਜੋ ਮੈਂ ਸੁਣਿਆ, ਤੇ ਮੈਂ ਦੇਖਿਆ ਨਹੀਂ ਨਾਲ ਜਾ ਕੇ, ਇਹਨਾਂ ਨੂੰ ਸ਼ਕਰੀ ਕਿਸੇ ਨਿਹੰਗ ਸਿੰਘ ਨੇ ਇਹਨਾਂ ਦੇ ਸਿਰ 'ਚ ਕਿਰਪਾਨ ਮਾਰੀ ਹੈ, ਕੋਈ ਕਾਰਨ ਬਣਿਆ, ਇਹਨੇ ਉਹਨੂੰ ਕੁਛ ਨਹੀਂ ਕਿਹਾ। ਜੇ ਇੱਜ਼ਤ ਹੋਈ ਹੈ ਮਗਲੇ ਹਿੱਸੇ 'ਚ, ਪਹਿਲੇ ਹਿੱਸੇ 'ਚ ਇੰਨੀ ਇੱਜ਼ਤ ਨਹੀਂ ਹੋਈ, ਜੀਵਨ ਦੇ ਮਗਲੇ ਹਿੱਸੇ 'ਚ ਇੱਜ਼ਤ ਹੋਈ ਹੈ, ਤੇ ਇਹਨੀ ਇੱਜ਼ਤ ਨੂੰ ਤੁਹਾਡੇ ਸਾਹਮਣੇ ਇੱਕ ਇਹ ਨਹੀਂ ਵੀ ਵਿਸ਼ੇਸ਼ ਤੌਰ ਤੇ ਕੋਈ ਵਿਛਾਈ ਹੈ ਆਪਣੇ ਬੈਠਣ ਵਾਸਤੇ, ਜਾਂ ਕੋਈ ਵਿਸ਼ੇਸ਼ ਤੌਰ ਤੇ ਕਿਸੇ ਨੂੰ ਕੋਈ ਐਸਾ ਉੱਚਾ ਆਪਣੇ ਆਪ ਨੂੰ ਸ਼ੋਅ ਕਰਨ ਦਾ ਯਤਨ ਕੀਤਾ। ਉਹ ਤੁਹਾਨੂੰ ਮੇਰੇ ਨਾਲੋਂ ਕੁਝ ਬੰਦਿਆਂ ਨੂੰ ਜ਼ਿਆਦਾ ਪਤਾ ਜਿਹੜੇ ਉਹਨਾਂ ਨਾਲ ਜੁੜੇ ਸਨ। ਇਸ ਕਰਕੇ ਇਹ ਸੀ ਜੇ ਕਿਰਪਾਨ ਮਾਰ ਦਿੱਤੀ ਹੈ ਤੇ ਉਹਨੂੰ ਜਦੋਂ ਦੂਜੇ ਦਿਨ ਥਾਣੇਦਾਰ ਆ ਰਿਹਾ, ਉਹ ਆਂਦਾ ਵੀ ਭੰਗੜਾ ਤੁਹਾਡੇ ਬੈਰ ਲੈ ਦਈਏ ਤੇ ਤੁਹਾਨੂੰ ਉੱਥੋਂ ਮਾਰ ਪਈ ਹੈ। ਤੇ ਮਹਾਂਪੁਰਖਾਂ ਨੇ ਕਿਹਾ
ਕਿ ਸਾਡੀ ਸਾਧ ਨਾਲ ਕੋਈ ਬੈਰ ਨਹੀਂ ਹੈ, ਸਾਨੂੰ ਸਾਧ ਨੇ ਨਹੀਂ ਮਰਾਇਆ, ਸਾਨੂੰ ਕੁੱਤੇ ਮੱਖੀ ਨੇ ਮਾਰ ਪਵਾਈ। ਮੈਂ ਨਹੀਂ ਉਹਨਾਂ ਦੀ ਲੈਂਗੁਏਜ ਮੈਂ ਨਹੀਂ ਸਮਝ ਸਕਦਾ। ਆਪਣੀ ਬੁੱਧੀ ਦਾ ਲੈਵਲ ਹੁੰਦਾ, ਉਹਨਾਂ ਦੀ ਆਪਣੀ ਬੁੱਧੀ ਇੱਕ ਵਿਸ਼ੇਸ਼ ਤੌਰ 'ਤੇ ਹੁੰਦੀ ਹੈ। ਮੇਰਾ ਕਹਿਣ ਤੋਂ ਭਾਵ ਇਹ ਵੀ ਕੁਛ ਗੁਰਬਾਣੀ ਵੀ ਸਾਨੂੰ ਇਹਨਾਂ ਗੱਲਾਂ ਦੀ ਟੋਹ ਦੱਸੀ ਹੈ ਵੀ ਉਹਨਾਂ ਵਿੱਚ ਆ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਖਾਸ ਕਰਕੇ। ਇਸ ਕਰਕੇ ਜਿਹੜਾ ਇਹ ਦਰਜਾ ਮੈਂ ਦੂਸਰੇ ਨੰਬਰ ਤੇ ਤੁਹਾਡੇ ਨਾਲ ਸਾਂਝਾ ਕੀਤਾ, ਮੇਰੀ ਸੋਚ ਅਨੁਸਾਰ ਇਹਨਾਂ ਦਾ ਜੀਵਨ ਬਹੁਤ ਰੋਸ਼ਨ ਹੋਣਾ ਚਾਹੀਦਾ। ਹੁਣ ਇੱਕ ਨਵੀਂ ਆਈਟਮ ਮੇਰੇ ਮਨ 'ਚ ਆਉਂਦੀ ਹੈ ਵੀ ਜਿੱਥੇ ਇਹਨਾਂ ਦਾ ਇਹ ਜੀਵਨ ਬੜਾ ਉੱਚਾ ਰੋਸ਼ਨ ਹੋਣਾ ਚਾਹੀਦਾ, ਕਿਉਂਕਿ 4 ਗੱਲਾਂ ਆਮ ਬੰਦਿਆਂ ਨੂੰ ਨਹੀਂ ਪਤਾ ਹੁੰਦਾ। ਪਹਿਲੀ ਗੱਲ, ਸਾਨੂੰ ਇੱਕ ਦੂਜੇ ਦੇ ਦਿਲ ਦੀ ਗੱਲ ਨਹੀਂ ਪਤਾ ਹੁੰਦਾ। ਮੈਂ ਕੁਝ ਹਿੱਸਾ ਇਹਨਾਂ ਕੋਲੋਂ ਦੇਖਿਆ, ਇਹਨਾਂ ਨੂੰ ਮਹਾਂਪੁਰਖਾਂ ਨੂੰ, ਮੈਂ ਬਾਪੂ ਜੀ ਨੂੰ ਨਹੀਂ ਜਾਣਦਾ, ਉਹਨਾਂ ਕੁਝ ਮੈਂ ਦੇਖੀ ਇਹ ਗੱਲ ਵੀ ਉਹ ਦਿਲ ਦੀ ਗੱਲ ਕਈ ਵਾਰ ਫੋਲੋ ਪੂਰੀ ਕਰ ਜਾਂਦੇ ਸੀ ਔਰ ਦੱਸ ਦਿੰਦੇ ਹੁੰਦੇ ਸਨ, ਪਰ ਕਈ ਵਾਰ ਸ਼ਾਇਦ ਨਹੀਂ ਵੀ ਦੱਸ ਪਾਏ ਹੋਣਗੇ, ਮੈਂ ਨਹੀਂ ਕੁਛ ਵੀ ਸਮਝਦਾ, ਪਰ ਦੱਸ ਦਿੰਦੇ ਸਨ ਕੁਛ। ਦੂਸਰਾ ਹੁੰਦਾ ਕਿ ਇਹ ਸਾਨੂੰ ਇੱਕ ਦੂਜੇ ਦੇ ਦਿਲ ਦਾ ਨਹੀਂ ਪਤਾ ਵੀ ਅੰਦਰੋਂ ਬੰਦਾ ਕਿੱਦਾਂ ਦਾ ਤੇ ਬਾਹਰੋਂ ਬੰਦਾ ਦਾ ਕਿੱਦਾਂ ਦਾ, ਬਾਹਰੋਂ ਕੀ ਗੱਲਾਂ ਕਰਦਾ ਤੇ ਅੰਦਰੋਂ ਦੀ ਸੋਚ ਕਿੱਥੇ ਖੜੀ ਹੈ। ਇਹ ਉਹਨੂੰ ਹੀ ਪਤਾ ਇੰਡੀਵਿਜੂਅਲ ਤੌਰ ਤੇ, ਮੈਨੂੰ ਮੇਰੀ ਸੋਚ ਦਾ ਪਤਾ, ਤੁਹਾਨੂੰ ਤੁਹਾਡੀ ਸੋਚ ਦਾ ਪਤਾ, ਪਰ ਸਾਨੂੰ ਦੂਜੀ ਨੂੰ ਸਾਡੀ ਸੋਚ ਬਾਰੇ ਜ਼ਿਆਦਾ ਟੋਹ ਲਾਈ ਜਾ ਸਕਦੀ, ਅੰਦਾਜ਼ਾ ਲਾ ਸਕਦਾ। ਅੰਦਾਜ਼ਾ ਠੀਕ ਵੀ ਹੋ ਸਕਦਾ, ਅੰਦਾਜ਼ਾ ਗਲਤ ਵੀ ਹੋ ਸਕਦਾ। ਇਹ ਹੈ ਮੇਰੀ ਬੇਨਤੀ ਕਿ ਪਹਿਲੀ ਗੱਲ ਜਿਹੜੀ ਹੈ ਇਹਨਾਂ 'ਚ ਖਾਸ ਹੁੰਦੀ ਹੈ, ਉਹ ਇਹ ਗੱਲ ਹੁੰਦੀ ਹੈ। ਦੂਸਰੀ ਇੱਕ ਗੱਲ ਹੈ, ਉਹ ਮੈਂ ਹਜੇ ਇਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ, ਉਹ ਹੁੰਦੀ ਹੈ ਆਉਣ ਵਾਲੇ ਸਮੇਂ ਦਾ ਜਾਣਕਾਰੀ ਹੋ ਜਾਣੀ, ਤਿੰਨਾਂ ਗੱਲਾਂ ਦੇ ਗਿਆਤਾ ਹੋ ਜਾਣਾ। ਪਿਛਲੇ ਸਮੇਂ 'ਚ ਕੀ ਹੋਇਆ ਉਹ ਵੀ ਪਤਾ ਹੋਏ, ਅਗਲੇ 'ਚ ਕੀ ਹੋ ਜਾਣਾ ਇਹ ਵੀ ਪਤਾ ਹੋਏ, ਦੱਸਿਆ ਜਾਏ ਜਾਂ ਨਾ ਦੱਸਿਆ ਜਾਏ, ਪਤਾ ਜ਼ਰੂਰ ਹੋਏ। ਇਹ ਵਿਸ਼ੇਸ਼ ਗੱਲ ਹੁੰਦੀ ਹੈ ਜਿਹਨੂੰ ਮੈਂ ਗੁਰੂ ਨਾਨਕ ਤੇ ਲਾਣਾ ਹੁੰਨਾ ਵੀ ਪਾਤਸ਼ਾਹ ਦਿਲ ਦੀ ਗੱਲ ਜਾਣਨ ਵਾਸਤੇ ਕਹਿ ਰਹੇ ਨੇ ਮੌਲਵੀ ਨੂੰ ਵੀ ਤੇਰੀ ਜਿਹੜੀ ਸੁਲਤਾਨਪੁਰ ਲੋਧੀ 'ਚ ਤੂੰ ਨਮਾਜ਼ ਪੜ੍ਹਨ ਰਿਹਾ ਕਾਜੀ, ਤੇਰੀ ਕਾਜੀ ਨਮਾਜ਼ ਕਜਾ ਹੋ ਰਹੀ ਹੈ, ਤੇਰਾ ਸਿਰ ਇੱਥੇ ਸਜਦੇ 'ਚ ਹੈ, ਮਨ ਤੇਰਾ ਤੇਰੇ ਘਰੇ ਘੋੜੀ ਵਿੱਚ ਦੀ ਬਛੇਰੀ ਵਿੱਚ ਹੈ। ਇਸ ਕਰਕੇ ਹਾਜ਼ਰੀ ਮਨ ਦੀ ਜ਼ਿਆਦਾ ਲੱਗਣੀ ਹੈ, ਸਰੀਰ ਦੀ ਹਾਜ਼ਰੀ ਉਨੀ ਨਹੀਂ ਲੱਗਣੀ। ਮਤਲਬ ਇਹ ਉਹਨਾਂ ਨੂੰ ਮਨ ਦਾ ਪਤਾ ਲੱਗ ਗਿਆ ਵੀ ਦਾ ਮਨ ਕਿੱਥੇ ਆ। ਹੁਣ ਸਾਨੂੰ ਕਿੰਨਾ ਕੁ ਪਤਾ ਕਿਸੇ ਦੇ ਮਨ ਬਾਰੇ, ਉਹ ਹਰ ਇੱਕ ਨੂੰ ਆਪਣਾ ਆਪਣਾ ਪਤਾ, ਮੈਨੂੰ ਇਹ ਨਹੀਂ ਪਤਾ ਤੁਹਾਡੇ ਮਨ ਬਾਰੇ ਕੁਝ ਵੀ। ਦੂਸਰੀ ਜਿਹੜੀ ਆਉਣ ਵਾਲੇ ਸਮੇਂ ਬਾਰੇ, ਇਵੇਂ ਬਾਬਾ ਨਾਨਕ ਜੀ ਤੇ ਲਾਣਾ ਵੀ ਉਹਨੇ ਐਮਨਾਬਾਦ ਵਿੱਚ ਕਹਿ ਰਹੇ ਨੇ, ਲਾ ਲਓ ਇਸ ਐਮਨਾਬਾਦ 'ਚ ਕਤਲਾਮ ਹੋ ਜਾਣਾ, ਇੱਥੇ ਬਹੁਤ ਬੁਰੀ ਹਾਲਤ ਹੋਣੀ ਹੈ। ਅੱਜ 17-18 ਸਾਲ ਔਰ ਉਹਨਾਂ ਦੀ ਵਿਸ਼ੇਸ਼ਤਾ ਇੱਕ ਬੜੀ ਵੱਡੀ ਹੈ ਪੈਗੰਬਰ ਦੀ, ਉਹ ਇਹ ਵੀ ਦੱਸ ਰਹੇ ਨੇ ਵੀ ਇਹ 78 ਵਿੱਚ ਹੋਣਾ, 15 ਮਤਲਬ 15 ਨਹੀਂ ਉਹਨੇ ਕਿਹਾ, ਆਣ 78 ਜਾਣ 97, ਇਹ ਘਟਨਾ ਘਟਣੀ ਹੈ। ਪਹਿਲਾਂ ਦੱਸ ਰਹੇ ਨੇ ਲਾਲੋ ਨੂੰ ਵੀ 78 ਵਿੱਚ ਇਹ ਕੰਮ ਸ਼ੁਰੂ ਹੋਣਾ, ਔਰ ਉਸ ਬੰਦੇ ਨੂੰ ਜਿੱਦਾਂ ਹੁਣ ਸਾਨੂੰ ਮੈਨੂੰ ਨਹੀਂ ਕਿਸੇ ਨੇ ਅੱਜ ਤੱਕ ਦੱਸਿਆ ਵੀ ਇੱਥੇ 50 ਸਾਲ ਨੂੰ ਜਾਂ 20 ਸਾਲ ਨੂੰ ਕਰੋਨਾ ਆਉਣ ਵਾਲਾ, ਕੁਛ ਨਹੀਂ, ਕੋਈ ਕਿਸੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਔਰ ਹੁਣ ਵੀ ਸੰਤਾਂ ਨਾਲ ਕਿਸੇ ਨਾਲ ਨਹੀਂ ਇਹ ਗੱਲ ਦੱਸੀ ਵੀ ਇੱਥੇ ਕਰੋਨਾ ਆ ਜਾਣਾ। ਮੇਰਾ ਕਹਿਣ ਤੋਂ ਉਹਨਾਂ ਨੂੰ ਇੱਕ ਵਿਸ਼ੇਸ਼ ਉਹਨਾਂ 'ਚ ਇੱਕ ਵਾਧਾ ਹੁੰਦਾ, ਉਹ ਹੁੰਦਾ ਆਉਣ ਵਾਲੇ ਸਮੇਂ ਦੀ ਜਾਣਕਾਰੀ। ਫਿਰ ਉਹ ਨਾਂ ਦੱਸ ਰਹੇ ਨੇ। ਮੇਰੇ ਨਾਲ ਵੀ ਗੱਲ ਹੋਈ, ਮੈਂ ਉਹਨਾਂ ਨੂੰ ਪੁੱਛਿਆ ਵੀ ਆਂਦੇ ਬਹੁਤ ਵਧੀਆ ਸਮਾਂ ਲੱਗੂਗਾ, ਮੈਂ ਕਦਾਂ ਕ ਲੱਗੂਗਾ, ਆਂਦੇ ਇਹ ਕਾਲ ਦੇ ਹੱਥ ਵਸ ਹੈ, ਲਾ ਦੇ ਤੇ ਛੇਤੀ ਲਾ ਦੇ, ਲੰਘਾ ਦੇ 100 ਸਾਲ ਲੰਘਾ ਦੇ। ਹੁਣ ਮੈਂ ਇਹ ਤਾਂ ਮਤਲਬ ਕੋਈ ਫਾਈਨਲ ਨਹੀਂ ਹੈ, ਪਰ ਉਧਰ ਗੁਰੂ ਨਾਨਕ ਫਾਈਨਲ ਦੇ ਰਹੇ ਨੇ ਵੀ ਆਣ 78 ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਅਗਲੀ ਬੇਨਤੀ ਹੈ ਕਿ ਜਿੱਥੇ ਇਹ ਗੱਲ ਵਿਸ਼ੇਸ਼ ਹੈ, ਤੀਜੀ ਗੱਲ ਹੁੰਦੀ ਹੈ ਜਿਹੜੇ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਜਦੋਂ ਬੰਦਾ ਮਰ ਜਾਂਦਾ ਇਹਦੀ ਰੂਹ ਕਿੱਥੇ ਚਲੇ ਜਾਂਦੀ। ਜਦੋਂ ਬੰਦਾ ਮਰ ਜਾਂਦਾ ਇਹਦੀ ਰੂਹ ਕਿੱਥੇ ਗਈ ਹੈ, ਇਹ ਸਾਨੂੰ ਇਸ ਤਬਕੇ ਵਿੱਚ ਨਹੀਂ ਪਤਾ। ਇਹਨਾਂ 'ਚ ਵਿਸ਼ੇਸ਼ਤਾਵਾਂ ਹੋਈਆਂ ਨੇ। ਇਸ ਕਰਕੇ ਬਾਬੇ ਨਾਨਕ ਨੇ ਮਰਨ ਤੋਂ ਬਾਅਦ ਕਾਫੀ ਕੁਝ ਲਿਖ ਦਿੱਤਾ ਕਿ ਮਰਨ ਤੋਂ ਬਾਅਦ ਕੀ ਹੋ ਰਿਹਾ ਅੱਗੇ ਜਾ ਕੇ। ਜਦੋਂ ਕਿ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੈ ਕਿ ਅੱਜ ਦੀ ਆਮ ਲੋਕ ਕਹਿਣ ਲੱਗ ਪਏ, ਸਿੱਖੀ ਪ੍ਰਚਾਰਕ ਵਿੱਚ ਵੀ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਕੁਝ ਨਹੀਂ ਹੋਣਾ, ਮਰਨ ਤੋਂ ਬਾਅਦ ਕੁਝ ਨਹੀਂ ਹੋਣਾ। ਇੱਕ ਬੜੀ ਅਜੀਬ ਜਿਹੀ ਖੇਡ ਹੈ। ਕਹਿਣ ਤੋਂ ਭਾਵ ਇਹ ਤੀਜਾ ਉਹਦਾ 'ਚ ਖਾਸੀਅਤ ਹੁੰਦੀ ਹੈ ਵੀ ਉਹਨੂੰ ਮੌਤ ਤੋਂ ਬਾਅਦ ਰੂਹ ਨਿਕਲ ਕੇ ਕਿੱਥੇ ਨੂੰ ਚਲੇ ਜਾਂਦੀ ਹੈ, ਇਹ ਰੂਹ ਕਿਵੇਂ ਕਨਵਰਟ ਹੁੰਦੀ ਹੈ, ਦੂਸਰੀ ਜੂਨ 'ਚ ਜਾਂਦੀ ਹੈ ਕਿ ਪ੍ਰੇਤ ਦੀ ਜੂਨ 'ਚ ਜਾਂਦੀ ਹੈ ਕਿ ਪਸ਼ੂਆਂ 'ਚ ਜਾਂਦੀ ਹੈ ਕਿ ਮੁੱਕ ਜਾਂਦੀ ਹੈ, ਇਹ ਸਾਨੂੰ ਨਹੀਂ ਪਤਾ ਲੱਗ ਸਕਦਾ। ਕੁਦਰਤ ਨਾਲ ਪਰਦਾ ਰੱਖਿਆ ਹੋਇਆ, ਇਹ ਕ੍ਰਿਸ਼ਨ ਜੀ ਨੂੰ ਪਤਾ ਲੱਗ ਸਕਦਾ ਹੈ, ਰਾਮਚੰਦਰ ਨੂੰ ਲੱਗ ਸਕਦਾ, ਗੁਰੂ ਨਾਨਕ ਨੂੰ ਲੱਗ ਸਕਦਾ, ਈਸਾ ਜੀ ਨੂੰ ਲੱਗ ਸਕਦਾ, ਮੁਹੰਮਦ ਨੂੰ ਲੱਗ। ਕਹਿਣ ਤੋਂ ਭਾਵ ਇਹ ਇੱਕ ਵਿਸ਼ੇਸ਼ ਗੱਲ ਹੁੰਦੀ। ਇੱਕ ਗੱਲ ਹੋਰ ਹੈ, ਉਹ ਵੀ ਇਹਨਾਂ 'ਚ ਵਿਸ਼ੇਸ਼ ਹੋਣੀ ਹੁੰਦੀ ਹੈ ਕਿ ਇਹਨਾਂ ਨੂੰ ਪਿਛਲੇ ਜਨਮਾਂ ਦੀ ਵੀ ਸੋਝੀ ਹੁੰਦੀ ਵੀ ਇਹ ਪਹਿਲੀ ਵਾਰੇ ਜੰਮਿਆ ਕਿ ਪਿਛਲੀ ਜਨਮ 'ਚ ਕੌਣ ਸੀ, ਉਹ ਤੋਂ ਪਿੱਛੇ ਕੌਣ ਸੀ। ਹੁਣ ਇੱਕ ਜਨਮ ਦੀ ਸੋਝੀ ਹੈ ਕਿ 100 ਜਨਮ ਦੀ ਸੋਝੀ ਹੈ ਕਿ 1000 ਜਨਮ ਦੀ ਸੋਝੀ ਹੈ। ਜਿਵੇਂ ਸਮਸਤ ਬਰੇਜ ਕਹਿ ਰਿਹਾ ਨੇ ਕਿ ਮੈਨੂੰ 7 ਮਾਵਾਂ ਦਾ ਪਤਾ, ਜਿਹੜੀਆਂ 7 ਮਾਵਾਂ ਦੀ ਪੇਟ ਵਿੱਚੋਂ ਮੈਂ ਹੋ ਕੇ ਆ ਲਿਆ, ਉਹਨਾਂ ਦਾ ਮੈਨੂੰ ਪਤਾ, 8ਵੀਂ ਦਾ ਮੈਨੂੰ ਵੀ ਨਹੀਂ ਪਤਾ।
ਇਹ ਇਹਨਾਂ 'ਚ ਵਿਸ਼ੇਸ਼ਤਾਵਾਂ ਹੁੰਦੀਆਂ। ਤਾਂ ਮੈਂ ਬੇਨਤੀ ਕਰਦਾ ਵੀ ਇਹ ਜਿਹੜੀ ਕੈਟੇਗਰੀ ਹੈ ਮਹਾਂਪੁਰਖਾਂ ਦੀ, ਉਹਦੇ 'ਚ ਗੁਣ ਹੋਣੇ ਚਾਹੀਦੇ ਨੇ। ਔਰ ਇਹ ਸਾਰੀ ਕੈਟੇਗਰੀ ਪਹਿਲੇ ਨੰਬਰ ਤੇ 2 ਨੰਬਰ ਨੂੰ ਸਿੱਖੀ ਦੇ ਪ੍ਰਚਾਰ 'ਚ ਤਨੋ ਮਨੋ ਹੋ ਕੇ ਸੇਵਾ ਨਿਭਾਉਣੀ ਚਾਹੀਦੀ ਹੈ। ਇਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ, ਗੁਰੂ ਨਾਨਕ ਦੀ ਸਿੱਖੀ ਦਾ। ਇਸ ਕਰਕੇ ਇਸ ਡੇਰੇ ਤੋਂ ਵੀ ਹੁਣ ਸਿੱਖੀ ਦਾ ਪ੍ਰਚਾਰ ਦਾ ਕੁਝ ਮਾਧਿਅਮ ਚੱਲ ਰਿਹਾ, ਮਹਾਰਾਜ ਕਿਰਪਾ ਕਰਨਗੇ। ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਮੇਰੇ ਵਿੱਚ ਨਾ ਤਾਂ ਸੰਤਾਂ ਵਾਲੀ ਕੋਈ ਕਰਤੂਤ ਹੈ, ਨਾ ਮੈਂ ਗ੍ਰੰਥੀ ਪਾਠੀਆਂ ਦੀ ਯੋਗਤਾ ਰੱਖਦਾ। ਇਹਦੇ 'ਚ ਮੇਰੇ 'ਚ ਕੋਈ ਕਰਤੂਤ ਨਹੀਂ। ਹੁਣ ਮੈਂ ਦੇਖਦਾ ਲੋਕ ਮੈਨੂੰ ਵੀ ਬਾਬਾ ਬਣਾ ਕੇ ਕਾਫੀ ਦੂਰ ਮੇਰਾ ਉੱਥੇ ਜਾ ਕੇ ਦੇਖਿਓ ਤੁਸੀਂ, ਹਰ ਟਾਈਮ ਬਿਮਾਰਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਆ ਵੀ ਠੀਕ ਹੋ ਜਾਊਗਾ, ਆ ਵੀ ਠੀਕ ਹੋ ਜਾਊ। ਮੈਨੂੰ ਕੱਖ ਨਹੀਂ ਪਤਾ। ਕੋਈ ਥਰਡ ਪਾਰਟੀ ਕੰਮ ਕਰਦੀ ਹੋਏ ਤਾਂ ਮੈਨੂੰ ਨਹੀਂ ਪਤਾ, ਮੈਂ ਕਿਸੇ ਦਾ ਦੁੱਖ ਨਹੀਂ ਦੂਰ ਕਰ ਸਕਦਾ, ਮੇਰੇ 'ਚ ਕੋਈ ਸਮਰੱਥਾ ਨਹੀਂ। ਇਸ ਕਰਕੇ ਆਪ ਜੀ ਤੋਂ ਅਸੀਸ ਲੈ ਕੇ ਮਹਾਂਪੁਰਖਾਂ ਦੀ ਸੀਸ, ਗੁਰੂ ਪਾਤਸ਼ਾਹ ਦੀ ਸੀਸ ਹੋਏ, ਤਾਂ ਕਿ ਮੈਂ ਥੋੜਾ ਨਾਲ ਆਪਣੀ ਪ੍ਰੀਚਾ ਦਿੱਤਾ ਵੀ ਮੇਰੇ 'ਚ ਆ ਵੀ ਕੁਛ ਨਹੀਂ ਹੈ ਤੇ ਆ ਵੀ ਮੇਰੇ 'ਚ ਕੁਛ ਨਹੀਂ ਹੈ। ਤੁਹਾਡੀ ਅਸੀਸ ਵਿੱਚ ਬਰਕਤ ਹੈ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਬਸੇ। ਸੰਗਤ ਦੀ ਬੜੀ ਪ੍ਰੌੜਤਾ ਗੁਰੂ ਘਰ 'ਚ ਦਿੱਤੀ ਹੋਈ ਹੈ, ਸੰਗਤ ਨੂੰ ਉੱਚਾ ਦਰਜਾ ਦਿੱਤਾ ਹੋਇਆ। ਇੱਥੇ ਵੀ ਮੈਂ ਐਸਾ ਵੀ ਸੁਣਿਆ ਕਿ 21 ਵਿਸਵੇ ਸੰਗਤ 20 ਵਿਸਵੇ ਗੁਰੂ। ਹੁਣ ਵਿੱਚ ਸੰਗਤ ਜੋੜ ਕੇ ਗੁਰੂ ਬਣਨਾ ਆ ਜਾਂ ਕਿਵੇਂ ਬਣਨਾ, ਉਹ ਮੈਂ ਨਹੀਂ ਕੁਛ ਕਹਿ ਸਕਦਾ। ਤੁਸੀਂ ਸੰਗਤ ਰੂਪ ਵਿੱਚ ਹੋ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਦੂਸਰਾ ਸਿੱਖ ਪੰਥ ਦੀ ਮਹਾਨ ਜਿਹੜੀ ਹੈ ਚੀਜ਼, ਮਤਲਬ ਸਾਡੇ ਕੋਲ ਅਗਵਾਈ ਕਰਨ ਵਾਲੇ, ਉਹ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਸਾਡਾ ਖਜ਼ਾਨਾ ਆ, ਜਿਹਨੂੰ ਅਸੀਂ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਵੀ ਬਿਰਾਜਮਾਨ ਨੇ, ਜਿਨ੍ਹਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਝੁਕਿਆ ਹੋਇਆ, ਜਿਨ੍ਹਾਂ ਦੇ ਭੁੰਜੇ ਆਸਣ ਗੁਰੂ ਅਰਜਨ ਦੇਵ ਜੀ ਕਰਕੇ ਸੌਣਾ ਸ਼ੁਰੂ ਕਰਦੇ ਨੇ, ਉਹ ਵੀ ਤੁਹਾਡੇ ਕੋਲ ਮੌਜੂਦ ਨੇ। 2 ਤਾਕਤਾਂ ਤੁਹਾਡੀਆਂ ਮੌਜੂਦ ਨੇ। ਤੀਜੀ ਤਾਕਤ ਜਿਹੜੀ ਹੈ ਉਹ ਆਦ ਸੱਚ ਹੈ, ਜੁਗਾਤ ਸੱਚ ਹੈ, ਹੈ ਵੀ ਸੱਚ ਹੈ, ਨਾਨਕ ਹੋਸੀ ਵੀ। ਉਹ ਕਦੇ ਮੁੱਕੀ ਨਹੀਂ, ਕਦੇ ਜੰਮੀ ਨਹੀਂ, ਕਦੇ ਮਰੀ ਨਹੀਂ, ਉਹ ਵੀ ਪਰਿਪੂਰਨ ਹੈ। ਸੋ ਆਪ ਜੀ ਅਸੀਸ ਬਖਸ਼ੋ। ਮੈਂ 5-4 ਮਿੰਟ ਆਪ ਜੀ ਦੀ ਜੋ ਸੇਵਾ ਕਰਨੀ ਹੈ ਉਹਦੇ 'ਚ ਮੈਂ ਆਪ ਜੀ ਦਾ ਯੋਗਦਾਨ ਪਾ ਸਕਾਂ। ਤਾਂ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਸੀਸ ਝੁਕਾਉਣਾ ਛੋਟਾ ਜਿਹਾ, ਅਤੇ ਰਸਨਾ ਪਵਿੱਤਰ ਕਰਨੀ ਹੈ, ਅਤੇ ਨਾਲ ਨਾਲ ਜਿਹੜੇ ਦਾਸ ਦੇ ਸਿਰ 'ਤੇ ਮਨ ਕਰਕੇ ਮਿਹਰ ਭਰਿਆ ਹੱਥ ਰੱਖਣਾ, ਤਾਂ ਕਿ ਮੈਂ ਆਪ ਜੀ ਦੀ ਸੱਚੀ ਸੇਵਾ ਨਿਭਾ ਸਕਾਂ। ਤੇ ਫਤਿਹ ਦੀ ਸਾਂਝ ਪਾਣੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਮੈਂ ਇਹਨਾਂ ਮਹਾਂਪੁਰਖਾਂ ਦੀ ਵੀ ਸੰਗਤ ਕੀਤੀ, ਮੈਂ ਨਿਸਰੇ ਵਾਲੇ ਦੀ ਕੀਤੀ। ਉਹ ਤੋਂ ਮੈਂ ਰਾੜੇ ਵਾਲਿਆਂ ਨੂੰ ਵੀ ਪੜ੍ਹਿਆ, ਮੈਂ ਨਿਰੰਕਾਰੀਆਂ ਨੂੰ ਪੜ੍ਹਿਆ, ਮੈਂ ਰਾਧਾ ਸਵਾਮੀ ਨੂੰ ਪੜ੍ਹਿਆ। ਮੈਂ ਥੋੜ੍ਹਾ ਜਿਹਾ ਮੇਰਾ ਪੜ੍ਹਾਈ 'ਚ ਰੁਚੀ ਸੀ, ਮੈਂ ਇਹ ਸਾਰਾ ਕੁਝ ਦੇਖਦਾ ਗਿਆ। ਸ਼ਾਇਦ ਮੈਂ ਬਾਈਬਲ ਵੀ ਪੜ੍ਹਿਆ, ਸ਼ਾਇਦ ਮੈਂ ਕੁਰਾਨ ਵੀ ਪੜ੍ਹਨ ਦਾ ਯਤਨ ਕੀਤਾ। ਗੀਤਾ, ਰਮਾਇਣ, ਮਹਾਂਭਾਰਤ, ਇਹ ਡੇਰੇ ਬੜੇ ਚੱਲਦੇ ਹੁੰਦੇ ਸੀ ਗ੍ਰੰਥ, ਇੱਥੇ ਭਾਂਤ ਦੇ ਗ੍ਰੰਥ ਚੱਲਦੇ ਹੁੰਦੇ ਸੀ। ਸਾਡਾ ਵੀ ਮੈਨੂੰ ਕੋਈ 4-5 ਸਾਲ ਉੱਥੇ ਬੈਠਣ ਦਾ ਮੌਕਾ ਮਿਲਿਆ। ਉਸ ਮੌਕੇ ਵਿੱਚ ਮੈਂ ਵੀ ਤੁਹਾਡੇ ਨਾਲ, ਮੈਂ ਨਹੀਂ ਚਾਹੁੰਦਾ ਸੀ ਤੁਹਾਨੂੰ ਐਸੀ ਕੋਈ ਗੱਲ ਕਰਾਂ ਕਿ ਮੈਨੂੰ ਉਹਨਾਂ ਦੇ ਨਾਲ ਕਾਫੀ ਉਹਨੇ ਮੈਨੂੰ ਪਿਆਰ ਕੀਤਾ। ਮੈਂ ਕਾਬਲ ਤਾਂ ਨਹੀਂ ਸੀ। ਇਹ ਸਾਰਾ ਕੁਛ ਉਹਨਾਂ ਦੀ ਸੀਸ। ਉਹਨੇ ਮੇਰੀ ਸ਼ਾਦੀ ਕਰ ਦਿੱਤੀ, ਜਾਂ ਯਤਨ ਕੀਤਾ ਕਿ ਜਿੱਥੇ ਵੀ ਮੇਰੀ ਅਪੁਆਇੰਟਮੈਂਟ ਹੁੰਦੀ ਉੱਥੇ ਮੈਨੂੰ ਕੋਈ ਨਾ ਕੋਈ ਆਪਣਾ ਸੋਰਸ, ਕਿਉਂਕਿ ਇਸ ਇਲਾਕੇ ਨਾਲ ਜੁੜੇ ਸਨ ਅਤੇ ਮੇਰਾ ਅਨੰਦਪੁਰ ਸਾਹਿਬ ਦਾ ਇਲਾਕਾ ਸੀ। ਉੱਥੇ ਮੈਨੂੰ ਜੇ ਮੇਰੀ ਗੁਆਰੀ ਬਦਲੀ ਹੋਈ, ਉੱਥੇ ਕਹਿ ਦਿੱਤਾ ਵੀ ਕੋਈ ਨਹੀਂ, ਸਾਡਾ ਫਲਾਨਾ ਮਾਸਟਰ ਹੈਗਾ, ਤੂੰ ਜਾ, ਉਹ ਤੇਰਾ ਆਪੇ ਇੰਤਜ਼ਾਮ ਕਰਨਗੇ। ਜਦੋਂ ਮੇਰੀ ਸ਼ਾਦੀ ਕਰਦੇ ਨੇ, ਸਾਈਕਲ 'ਤੇ ਬਿਠਾਲ ਕੇ ਮੇਰੇ ਮਗਰ, ਮੈਨੂੰ ਇਸ ਗੱਲ ਦਾ ਜ਼ਰੂਰ ਹੈ ਵੀ ਜਿਹੜੀ ਉਹਨੇ ਪ੍ਰੋਪਰਟੀ ਤੋਰੀ ਸੀ। ਹੁਣ ਮੈਂ ਜਦੋਂ ਮੇਰੀ ਕਾਦੀਆਂ 'ਚ ਡਿਊਟੀ ਸੀ, ਅਤੇ ਉਦੋਂ ਇੱਕ ਮੇਰੇ ਨਾਲ ਡਾਕਟਰ ਸੀ ਜਿਹੜਾ ਮੇਰਾ ਸੀਨੀਅਰ, ਉਹ ਕਾਮਰੇਡ ਸੁਭਾਅ ਦਾ ਸੀ। ਉਹ ਮੈਨੂੰ ਪੁੱਛਦਾ ਵੀ ਯਾਰ ਤੁਹਾਡੇ ਬਾਬੇ 'ਚ ਵਿਸ਼ੇਸ਼ਤਾ ਜਾਂ ਕੀ ਹੈ। ਹੁਣ ਮੈਂ ਉਹਨੂੰ ਕੀ ਦੱਸਾਂ। ਆਂਦਾ ਮੈਂ ਉਸ ਗੱਲ ਬੰਦੇ ਨੂੰ ਮੰਨਦਾ ਜਿਨ੍ਹਾਂ ਭਗਤੀ ਦੇ ਨਾਲ ਨਾਲ ਸਮਾਜ ਦਾ ਬੜਾ ਭਲਾ ਸੋਚਿਆ, ਭਗਤੀ ਦੇ ਨਾਲ ਨਾਲ ਸਮਾਜ ਬਾਰੇ ਬਹੁਤ ਭਲੇ ਦੀਆਂ ਗੱਲਾਂ ਸੋਚੀਆਂ। ਮੈਂ ਉਹਨੂੰ ਜ਼ਿਆਦਾ ਤਰਜੀਹ ਦਿੰਦਾ, ਕਿਉਂ ਕਾਮਰੇਡ ਦੀ ਇੱਕ ਸੋਚ ਐਸੀ ਹੁੰਦੀ ਹੈ। ਅਤੇ ਮੈਂ ਤਾਂ ਉਹਨਾਂ ਨੂੰ ਫਿਰ ਜ਼ਿਆਦਾ ਕੁਛ ਨਹੀਂ ਕਹਿ ਸਕਿਆ, ਮੇਰਾ ਸੀਨੀਅਰ ਸੀ। ਮੈਂ ਕਿਹਾ ਉਹਨੇ ਬਹੁਤ ਬੰਦਿਆਂ ਕੋਲ ਨਸ਼ਾ ਛਡਾਇਆ, ਜਾਂ ਉਹਨੇ ਥੋੜ੍ਹੀ ਜਿਹੀ ਇੱਕ ਰਸਮ ਤੋਰੀ ਵੀ ਸਾਦੀ ਜਿਹੀ ਆਨੰਦ ਕਾਰਜ ਦੀ ਰਸਮ ਕੀਤੀ ਜਾਏ, ਗਰੀਬ ਅਮੀਰ ਦਾ ਸਾਂਝਾ ਜਿਹਾ ਕੰਮ ਹੈ। ਅਤੇ ਇਹਨਾਂ ਗੱਲਾਂ 'ਚ ਉਹਨੇ ਕਾਫੀ ਯਤਨ ਕੀਤਾ, ਯਤਨਸ਼ੀਲ ਰਹੇ। ਅਤੇ ਬਾਕੀ ਮੈਂ ਉਹਨਾਂ ਬਾਰੇ ਜ਼ਿਆਦਾ ਕੁਛ ਨਹੀਂ ਕਹਿ ਸਕਦਾ। ਕਹਿਣ ਤੋਂ ਭਾਵ ਇਹ ਗੱਲ ਉਹਦੇ ਮੇਰੇ ਦਿਮਾਗ 'ਚ ਵਾੜੀ ਹੈ ਵੀ ਜਿੱਥੇ ਇੱਕ ਮਹਾਂਪੁਰਖ ਹੈ, ਉਹਨਾਂ ਨਾਲ ਸਮਾਜ ਬਾਰੇ ਕੀ ਸੋਚਿਆ। ਕਿਉਂਕਿ ਗੁਰੂ ਪਾਤਸ਼ਾਹ ਪੈਦਲ ਚੱਲ ਕੇ 25,000 ਕਿਲੋਮੀਟਰ ਸਫ਼ਰ ਤੈਅ ਕਰਦੇ ਨੇ ਵੀ ਇਹਨਾਂ ਲੋਕਾਂ ਨੂੰ ਕੁਛ, ਇਹਨਾਂ ਨੂੰ ਅਗਾਹ ਕਰਾਇਆ ਜਾਏ, ਇਹਨਾਂ ਨੂੰ ਦੱਸਿਆ ਜਾਏ ਵੀ ਅੱਗੇ ਜਾ ਕੇ ਤੁਸੀਂ ਕਿੱਥੇ ਜਾਣਾ, ਕੀ ਬਣਨਾ। ਇਸ ਕਰਕੇ ਉਹਨਾਂ ਦੀਆਂ ਸੰਗਤਾਂ ਤੋਂ ਤੇ ਮੈਂ
ਜ਼ਿਆਦਾ ਹੈ, ਜਿੰਨਾ ਕਿਸੇ ਦੀ ਬਰਤਨ ਹੈ ਉਹਦੇ 'ਚ ਕੋਈ ਚੀਜ਼ ਬੰਦੀ ਪਾਣੀ ਚਾਹੁੰਦਾ, ਉਹਦੀ ਕਪੈਸਿਟੀ ਹੀ ਦੇਖੀ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ, ਛੋਟਾ ਜਿਹਾ ਇੱਥੇ ਵੀ ਇੱਕ ਜਥਾ ਬਣਿਆ ਕਿ ਉਸ ਜਥੇ ਵਿੱਚ ਕਿ ਜਥੇ ਨੇ ਸਾਰੇ ਨਾਲ ਹੌਲੀ ਹੌਲੀ ਸੇਵਾ ਲਈ। ਉਹਦਾ ਸੇਵਾ 'ਚ ਕਈ ਪਹਿਲੂ ਚੱਲ ਗਏ, ਹੌਲੀ ਹੌਲੀ ਕੋਈ ਡੀਪੂ ਖੋਲ੍ਹ ਦਿੱਤੇ, ਨਹੀਂ ਕੋਈ ਮਾੜੇ ਮੋਟੇ ਕੋਈ ਸਕੂਲ ਇੱਕ ਹੈਂਡਲ ਕਰਕੇ ਗਰੀਬਾਂ ਦੀ ਫੀਸ ਮਾਫ ਕਰਕੇ ਉਹਦੇ 'ਚ ਥੋੜ੍ਹਾ ਜਗਤਾ ਕੀਤਾ, ਗੁਰਮਤਿ ਦਾ ਅਧਿਐਨ ਕਰਾਇਆ। ਇੱਕ ਲੋੜ ਦੀ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਇਆਂ ਗ੍ਰੰਥੀ ਸਿੰਘਾਂ ਦੀ ਕਲਾਸ ਲਾ ਕੇ 25 ਕੁ ਬੱਚੇ ਉਹਦੇ 'ਚ ਜਿਹੜੇ +2 ਉਹਨਾਂ ਦੀ ਯੋਗਤਾ ਦੇਖ ਕੇ ਉਹਨਾਂ ਨੂੰ 2 ਸਾਲ ਦਾ ਇੱਕ ਸਿਲੇਬਸ ਦਿੱਤਾ, ਤਾਂ ਕਿ ਤੁਸੀਂ ਜਿੱਥੇ ਵੀ ਨਿਭਾਓ ਸੇਵਾ ਕਰ ਚੰਗੇ ਸੁਚੱਜੇ ਤਰੀਕੇ ਨਾਲ ਸੇਵਾ ਕਰੋ, ਅਤੇ ਤਾਂ ਕਿ ਤੁਹਾਡੇ ਪ੍ਰਭਾਵ ਛੱਡ ਕੇ ਸੰਗਤ ਵਿੱਚ ਸਿੱਖੀ ਦਾ ਲਹਿਰਾ ਵਹਿਰਾ ਚੱਲੇ। ਸੋ ਇਹ ਮਾੜੀ ਮੋਟੀ ਸੇਵਾ ਗੁਰੂ ਪਾਤਸ਼ਾਹ ਨੇ ਲਈ ਹੈ, ਜਿਵੇਂ ਇਹ ਵੀਰ ਜੀ ਸੇਵਾ ਨਿਭਾ ਰਹੇ ਨੇ। ਅਤੇ ਬਾਕੀ ਸਾਡੀ ਇਹ ਗੱਲ 'ਚ ਜ਼ਰੂਰ ਸੋਚ ਹੈ ਵੀ ਇਹ ਕੌਮ ਵਿੱਚ ਵਿਸ਼ੇਸ਼ਤਾਈਆਂ ਨੇ। ਸਿੱਖ ਪੰਥ ਵਿੱਚ ਧਰਮ ਸਾਰੇ ਚੰਗੇ ਨੇ, ਕਿਸੇ ਧਰਮ 'ਚ ਕੋਈ ਕੂਣਤਾਈ ਨਹੀਂ ਹੁੰਦੀ। ਜਦੋਂ ਬਾਬਾ ਜੀ 'ਤੇ ਸਵਾਲ ਕੀਤਾ ਕਿ ਬਾਬਾ ਹਿੰਦੂ 'ਚ ਵੱਡਾ ਕਿ ਮੁਸਲਮਾਨੋਈ, ਮੱਕੇ 'ਚ ਸਵਾਲ ਕਰ ਦਿੱਤਾ। ਹੁਣ ਬਾਬਾ ਜੀ ਅੱਗੇ ਬਹੁਤ ਬੜੀ ਸਪਸ਼ਟ ਜਵਾਬ ਦੇ ਰਹੇ ਨੇ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਹਿੰਦੂ ਨੇ ਚੰਗੇ ਕਰਤੂਤ ਨਹੀਂ ਕੀਤੀ ਉਹਨੂੰ ਵੀ ਰੋਣਾ ਪਊਗਾ ਉਸ ਦਰਗਾਹ ਵਿੱਚ, ਅਤੇ ਜੇ ਮੁਸਲਮਾਨ ਨੇ ਚੰਗੇ ਕੰਮ ਨਹੀਂ ਕੀਤੇ ਤਾਂ ਉਹਨੂੰ ਵੀ ਰੋਣਾ ਪਊਗਾ। ਇਹਦਾ ਮਤਲਬ ਉਸ ਦਰਗਾਹ ਦੀ ਗੱਲ ਕੀਤੀ ਗਈ ਹੈ। ਇੱਥੇ ਤਾਂ ਉਹ ਹੱਸਦੇ ਨੇ, ਇੱਥੇ ਤਾਂ ਸਾਨੂੰ ਹੱਸਦੇ ਲੱਭਦੇ ਨੇ, ਅਗਲੀ ਉਹਨੇ ਕੋਈ ਗੱਲ ਕੀਤੀ ਹੈ ਜਿੱਥੇ ਰੂਹ ਦਾ ਦੇਸ਼ ਜਾਂਦਾ। ਸੋ ਮਹਾਰਾਜ ਕਿਰਪਾ ਕੀਤੀ, ਅਤੇ ਕਹਿਣ ਤੋਂ ਭਾਵ ਅਸੀਂ ਯਤਨ ਕੀਤਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਕਿ ਅੱਜ ਜਿਹੜੇ ਸਾਡੇ ਸਮਾਜ ਕਰੀਤੀਆਂ ਨੇ, ਭਾਵ ਲੜਕੀਆਂ ਦੇ ਆਨੰਦ ਕਾਰਜ ਦੀ ਬੜੀ ਸਮੱਸਿਆ ਆਈ ਹੈ ਕਿ ਸਿੱਖ ਨੇ ਬੇਟੀ ਸਿੱਖ ਨੂੰ ਦੇਣੀ ਹੈ, ਸਿੱਖ ਦੀ ਤਾਰੀਫ ਕੀ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅਤੇ ਇਹਦੇ ਨਾਲ ਨਾਲ ਜਿਹੜੀ ਸਾਡੀ ਇਹ ਗੋਲਕ ਗੁਰੂ ਘਰ ਚਲਾਈ ਹੈ, ਇਹ ਵਿਸ਼ੇਸ਼ ਹੈ ਇਸ ਪੰਥ ਵਿੱਚ। ਜਿਹੜੀ ਦਸਵੰਧ ਦੀ ਰਸਮ ਮੁਸਲਮਾਨਾਂ 'ਚ ਜ਼ਕਾਤ ਹੈ, ਅਤੇ ਸਾਡੇ ਵਿੱਚ ਦਸਵੰਧ ਗੁਰੂ ਪਾਤਸ਼ਾਹ ਨੇ ਤੋਰਿਆ ਕਿ 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਰਨ ਮੁਖ। ਉਹ ਦਸਵੰਧ ਕਿੱਥੇ ਲੱਗਣਾ ਚਾਹੀਦਾ, ਇਹ ਬੜੀ ਸੰਜੀਦਗੀ ਨਾਲ ਦੇਖਿਆ ਗਿਆ। ਕੁਝ ਸਮੇਂ ਵਿੱਚ ਗੁਰੂ ਪੰਥ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਮਸੰਦ ਚੁਣ ਕੇ ਅੱਗੇ ਖੜੇ ਕੀਤੇ ਕਿ ਤੁਸੀਂ ਸਿੱਖੀ ਦੇ ਪ੍ਰਚਾਰ ਵਾਸਤੇ ਯੋਗਦਾਨ ਕਰਨਾ, ਕਿ ਭਾਰਤ ਦੂਰ ਤੱਕ ਗੁਰੂ ਨਾਨਕ ਦਾ ਮਿਸ਼ਨ ਫੈਲ ਰਿਹਾ, ਅਤੇ ਉੱਥੇ ਸਾਰੇ ਗੁਰੂ ਅਮਰਦਾਸ ਸਾਹਿਬ ਦਾ ਜਾਣਾ ਔਖਾ ਆ, ਗੁਰੂ ਅੰਗਦ ਦੇਵ ਜੀ ਦਾ ਜਾਣਾ ਔਖਾ ਆ, ਗੁਰੂ ਰਾਮਦਾਸ ਜੀ ਦਾ ਜਾਣਾ ਔਖਾ ਆ। ਉੱਥੇ ਇਲਾਕੇਵਾਜੀ ਮਸੰਦ ਖੜੇ ਕੀਤੇ, ਉਹ ਮਸੰਦਾਂ ਦੀ ਜ਼ਿੰਮੇਵਾਰੀ ਕੀਤੀ। ਉਹ ਮਸੰਦ ਗੁਰੂ ਪਾਤਸ਼ਾਹ ਨੇ ਆਪ ਚੁਣੇ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ। ਇਹ ਨਹੀਂ ਵੀ ਉਹਨਾਂ ਨੂੰ ਕੋਈ ਵੋਟਾਂ ਪਾ ਕੇ ਚੁਣਿਆ ਹੋਇਆ, ਉਹਨਾਂ ਦੀ ਸ਼ਖਸੀਅਤ ਦੇਖੀ ਗਈ ਹੈ, ਉਹਨਾਂ ਦਾ ਅੰਦਰਲਾ ਹਿੱਸਾ ਗੁਰੂ ਅਮਰਦਾਸ ਸਾਹਿਬ ਦੇਖ ਕੇ ਉਹ ਰੀਤੀ ਤੋਰੀ। ਅੱਗੇ ਜਾ ਕੇ ਕੀ ਹੋਇਆ ਕਿ ਜਿਵੇਂ ਇੱਕ ਸਰਪੰਚ ਦਾ ਮੁੰਡਾ ਆਖੇ ਮੈਂ ਵੀ ਹੁਣ ਸਰਪੰਚ ਬਣਨਾ, ਉਹਦਾ ਮੁੰਡਾ ਆਖੇ ਮੈਂ ਵੀ ਸਰਪੰਚ ਬਣਨਾ, ਅੱਗੇ ਲੰਬੜਦਾਰ ਦਾ ਮੁੰਡਾ ਆਖੇ ਮੈਂ ਵੀ ਲੰਬੜਦਾਰੇ ਬਣਨਾ। ਹੁਣ ਇਸ ਸੋਚ ਵਿੱਚ ਮਸੰਦ ਜਿਹੜਾ ਬਣ ਜਾਂਦਾ ਰਿਹਾ। ਪਹਿਲਾਂ ਤਾਂ ਗੁਰੂ ਪਾਤਸ਼ਾਹ ਨੇ ਪਰਖ ਕਰਕੇ ਬਣਾਤਾ, ਹੁਣ ਅੱਗੇ ਮਸੰਦ ਦਾ ਮੁੰਡਾ ਹੀ ਮਸੰਦ ਬਣਦਾ ਰਿਹਾ, ਮਸੰਦ ਦੇ ਮੁੰਡੇ ਨਾਲ ਅੱਗੇ ਮਸੰਦ ਬਣ ਜਾਣਾ। ਹੁਣ ਜਿਹੜੀ ਪਹਿਲੇ ਮਸੰਦ ਦੀ ਖੂਬੀ ਸੀ, ਅੱਗੇ ਜਾ ਕੇ ਕਈ ਵਾਰ ਉਹਨਾਂ ਮਸੰਦਾਂ 'ਚੋਂ ਖੂਬੀ ਨਹੀਂ ਰਹੀ। ਜਦੋਂ ਨਹੀਂ ਰਹੀ, ਗੁਰੂ ਗੋਬਿੰਦ ਸਿੰਘ ਤੱਕ ਲੜੀ ਚੱਲੀ ਹੈ, ਅਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਜਦੋਂ ਮਸੰਦ ਕੀਤੇ ਗਏ, ਉਹਨਾਂ ਦੀ ਕੁਛ ਜਿਹੜੇ ਬਹੁਤ ਹੀ ਸੇਵਾ ਨਿਭਾਈ ਜਿਹਨੇ ਸੱਚੀ ਮੁੱਚੀ ਗੁਰੂ ਘਰ ਦੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਜਿਹੜੇ ਮਸੰਦਾਂ ਨੇ ਗੁਰੂ ਘਰ ਦਾ ਨਾਂ ਲੈ ਕੇ ਲੋਕਾਂ ਦੀ ਲੁੱਟ ਖਸੁੱਟ ਕੀਤੀ, ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਅਨੰਦਪੁਰ ਸਾਹਿਬ 'ਚ। ਫਿਰ ਉਹ ਰਸਮ ਬੰਦ ਕਰ ਦਿੱਤੀ ਵੀ ਹੁਣ ਸਿੱਖਾਂ ਦਾ ਰਿਸ਼ਤਾ ਬਾਈਪਾਸ ਨਹੀਂ ਹੋਊਗਾ, ਮਸੰਦ ਨਾਲ ਨਹੀਂ ਜੋੜਨਗੇ, ਇਹ ਸਿੱਧੇ ਗੁਰੂ ਤੇ ਸਿੱਖ ਦਾ ਰਿਸ਼ਤਾ 5 ਪਿਆਰੇ ਜੋੜਨਗੇ। ਇਹ ਤੋਂ ਬਾਅਦ 5 ਪਿਆਰਿਆਂ ਦੀ ਜਿਹੜੀ ਪ੍ਰਪਾਰਟੀ ਚੱਲੀ ਹੈ, ਤੇ ਗੁਰੂ ਦਾ ਹੁਕਮ ਹੋਇਆ ਪੰਥ ਸਾਜਣ ਦਾ, ਉਹ ਤੁਸੀਂ ਜਾਣਦੇ ਹੋ 1699 ਤੋਂ ਚੱਲਿਆ। ਉਸ ਦਿਨ ਤੋਂ ਇਸ ਪੰਥ ਵਿੱਚ ਇੱਕ ਵਿਸ਼ੇਸ਼ਤਾਈਆਂ ਨੇ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹਨੂੰ ਗੁਰੂ ਦਾ ਲਕਬ ਮਿਲਿਆ। ਅੱਜ ਤੱਕ ਜਿੰਨੇ ਵੀ ਗ੍ਰੰਥ ਧਾਰਮਿਕ ਹੌਲੀ ਪਵਿੱਤਰ ਨੇ, ਉਹਨਾਂ 'ਚ ਕਿਸੇ ਨੂੰ ਗੁਰੂ ਦਾ ਲਕਬਾ ਨਹੀਂ ਮਿਲਿਆ। ਦੂਸਰਾ, ਇਸ ਗੁਰੂ ਘਰ 'ਚ ਇੱਕ ਬੜੀ ਜਿਹੜੀ ਪੁਆਇੰਟ ਹੈ, ਉਹ ਹੈਗਾ ਵੀ ਹਿੰਦੁਸਤਾਨ 'ਚ ਕਦੇ ਵੀ ਜਨਾਨੀ ਨੂੰ ਬਰਾਬਰਤਾ ਨਹੀਂ ਦਿੱਤੀ ਗਈ। ਨਾ ਮੁਸਲਮਾਨ ਧਰਮ 'ਚ ਬਰਾਬਰਤਾ ਦਿੱਤੀ ਗਈ, ਨਾ ਹਿੰਦੂ ਧਰਮ 'ਚ ਬਰਾਬਰਤਾ ਦਿੱਤੀ ਗਈ। ਇਹਨੂੰ ਥੋੜ੍ਹਾ ਪਿੱਛੇ ਰੱਖਣ ਦਾ ਯਤਨ ਕੀਤਾ ਗਿਆ। ਇਹ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ, ਜਿਹਨੇ ਇਹਨਾਂ ਨੂੰ ਚੁੱਕ ਕੇ ਬਰਾਬਰ ਲਿਆਉਣ ਦਾ ਯਤਨ ਕੀਤਾ ਹੋਇਆ। ਇਹ ਇੱਥੋਂ ਦੀ ਵਿਸ਼ੇਸ਼ ਹੈ ਇਹ ਗੱਲ। ਔਰ ਮੈਂ ਤਾਂ ਹੁਣ ਇਹ ਵੀ ਕਹਿ ਦਿੰਦਾ ਵੀ ਇਹਨਾਂ ਨੂੰ ਵੀ ਆਹ ਸ਼੍ਰੀ ਸਾਹਿਬ ਪਾ ਕੇ ਹੁਕਮ ਹੈ, ਤੁਸੀਂ ਡੋਮੈਸਟਿਕ ਫਲਾਈਟ ਲੈ ਸਕਦੇ ਹੋ। ਭਾਰਤ ਦੇ ਸੰਵਿਧਾਨਕ ਤੁਹਾਨੂੰ ਹੱਕ ਹੈ। ਇਹ ਕਿਰਪਾਨ ਪਾ ਕੇ ਮੇਰੀਆਂ ਭੈਣਾਂ, ਮਾਵਾਂ, ਮੇਰੇ ਭਰਾ ਭਾਰਤ ਵਿੱਚ ਕਿਤੇ ਵੀ ਡੋਮੈਸਟਿਕ ਫਲਾਈਟ ਲੈ ਸਕਦੇ ਆ, ਕਿਸੇ ਜਹਾਜ਼ ਵਿੱਚ ਜਾ ਸਕਦੇ। ਕੋਈ ਵੀ ਤੁਹਾਨੂੰ ਧਰਮ ਬਾਰੇ ਨੌਲੇਜ ਹੋਣਾ ਚਾਹੀਦਾ, ਤੁਹਾਨੂੰ ਚੈਲੰਜ ਨਹੀਂ ਹੋ ਸਕਦਾ। ਸਾਨੂੰ ਸੰਵਿਧਾਨਕ ਹੱਕ ਹੋਇਆ ਵਾ। ਇਹ ਬੜੀ ਵੱਡੀ ਗੱਲ ਹੈ, ਜਿਸ ਅੱਜ ਸ਼੍ਰੀ ਸਾਹਿਬ ਨੇ 13-14
ਚੀਨੀਏ ਮਾਰ ਕੇ ਮੁੰਡੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ। ਗੁਰੂ ਪਾਤਸ਼ਾਹ ਦੀ ਸਿਰੀ ਦੀ ਬਰਕਤ ਸੀ। ਇਹ ਹੈ ਇਹਦੇ 'ਚ ਵਿਸ਼ੇਸ਼ਤਾਈਆਂ। ਇਹਦੇ ਨਾਲ ਇੱਕ ਹੋਰ ਬੜੀ ਵੱਡੀ ਵਿਸ਼ੇਸ਼ਤਾ ਆ ਕਿ ਹਿੰਦੂ ਧਰਮ ਜਿਹੜਾ ਜਾਤ ਪਾਤ ਦਾ ਬੋਲਬਾਲ ਰੱਖਿਆ ਸੀ ਵੀ 4 ਹਿੱਸੇ ਰੱਖਣੇ ਆ, ਖੱਤਰੀ, ਬ੍ਰਾਹਮਣ, ਛੂਤ, ਵੈਸ਼, ਇਹ ਇਹਦੇ 'ਚੋਂ ਮੁਕਾ ਦਿੱਤਾ ਗਿਆ। ਇਹਦੇ 'ਚ ਸਾਰਿਆਂ ਨੂੰ ਇੱਕ ਕੈਟੇਗਰੀ ਬਣਾਇਆ ਗਿਆ। ਜਦੋਂ ਤੁਹਾਨੂੰ ਖੰਡੇ ਦੀ ਪੌਲ ਛਕਾਈ ਜਾਏਗੀ ਉਦੋਂ ਤੁਹਾਨੂੰ ਕਿਹਾ ਜਾਏਗਾ ਵੀ ਅੱਜ ਤੋਂ ਨਾ ਤੂੰ ਤੇਰੀ ਕੋਈ ਜਾਤ ਰਹੀ, ਨਾ ਤੇਰਾ ਕੋਈ ਪਿਛਲਾ ਧਰਮ ਰਿਹਾ, ਨਾ ਤੇਰੀ ਕੋਈ ਕੁੱਲ ਗੋਤ ਰਹੀ। ਇਹ ਨਹੀਂ ਤੂੰ ਸੰਧੂ ਰਹਿ ਗਿਆ ਜਾਂ ਤੂੰ ਘੁੰਮਣ ਰਹਿ ਗਿਆ, ਤੂੰ ਫਲਾਨਾ ਰਹਿ ਗਿਆ, ਇਹ ਤੇਰੀ ਖਤਮ ਹੋ ਗਈ। ਹੁਣ ਤਾਂ ਕੇਵਲ ਤੂੰ ਗੁਰੂ ਘਰ ਦਾ ਸਿੱਖ ਬਣਿਆ, ਖਾਲਸਾ ਪੰਥ ਦਾ ਅੰਗ ਬਣ ਗਿਆ। ਇਹ ਬੜੀ ਵੱਡੀ ਬਹਾਦਰੀ ਕੀਤੀ ਹੈ ਜਿਹਦੇ ਵਿੱਚ ਰੰਗਰੇਟੇ ਕੇ ਗੁਰੂ ਕੇ ਬੇਟੇ ਜਾਂ ਪੰਜਾਂ ਪਿਆਰਿਆਂ ਦੀ ਚੋਣ ਵਿੱਚ ਮੇਰੀ ਅਤੀ ਸਤਿਕਾਰਯੋਗ ਜਿਹੜੇ ਮੇਰੇ ਬਜ਼ੁਰਗ ਆਏ ਨੇ ਪਿਆਰੇ, ਉਹਨਾਂ 'ਚ ਕੋਈ ਨਾਈ ਵੀਰ ਆਇਆ। ਇਹ ਜਿਹੜੀ ਜਾਤ ਨੂੰ BC ਕੈਟੇਗਰੀ 'ਚ ਹੁਣ ਵੀ ਰੱਖਿਆ ਜਾਂਦਾ। ਇੱਕ ਛੀਂਬਾ ਭਰਾ ਆਇਆ, ਇੱਕ ਜਿਹੜਾ ਝੂਰ ਆਇਆ। ਇਹ ਤਿੰਨੇ ਕੈਟੇਗਰੀਆਂ ਉਹਨਾਂ ਦਿਨਾਂ 'ਚ ਬਹੁਤ ਹੀ, ਔਰ ਜੱਟ ਵੀ ਜਿਹੜਾ ਧਰਮਦਾਸ ਆਇਆ, ਇਹ ਵੀ ਜੱਟ ਜਿਹੜਾ ਸੀ, ਇਹ ਵੀ ਹੋ ਜੋ BC ਸੀ। ਇਹ ਕੋਈ ਮਤਲਬ ਉੱਪਰਲੀ ਕਲਾਸ ਵਿੱਚ ਨਹੀਂ ਸੀ। ਇਹ ਜਿਹੜਾ ਪੜਦਾ ਥਾ ਕੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠੇ ਕੀਤਾ, ਇਹ ਬਹੁਤ ਹੀ ਵੱਡੀ ਗੱਲ ਕੀਤੀ। ਅਗਲੀ ਜਿਹੜਾ ਇੱਕ ਨਾਂ ਥੱਲੇ ਦੁਨੀਆ ਦੀ ਕੌਮ ਬੱਧੀ ਹੈ, ਇਹ ਪਹਿਲੀ ਸਿੱਖਾਂ ਦੀ ਕੌਮ ਗੁਰੂ ਗੋਬਿੰਦ ਸਿੰਘ ਨੇ ਤਿਆਰ ਕਰਕੇ ਸਿੰਘ ਤੇ ਕੌਰ ਦੇ ਨਾਂ ਥੱਲੇ ਬੰਨੀ ਹੈ। ਇੱਕੋ ਨਾਂ ਥੱਲੇ ਸਾਰੀ ਕੌਮ ਜਾਣੀ ਜਾਂਦੀ ਹੈ। ਐਸਾ ਸਾਡਾ ਇਤਿਹਾਸਕ ਪੱਖ ਹੈ। ਜਦੋਂ ਸਾਨੂੰ ਇਹਦੇ ਨਾਲ ਮੋਰਚੇ ਲਾਣੇ ਪਏ, ਗੁਰਦੁਆਰਿਆਂ ਦੀ ਬੇਹਰਮਤੀ ਹੋ ਰਹੀ ਸੀ, ਜਿਨ੍ਹਾਂ 'ਚੋਂ ਉਦਾਸੀ ਸੰਪਰਦਾ ਦੇ ਕੁਝ ਬੰਦਿਆਂ ਨੇ ਨਨਕਾਣਾ ਸਾਹਿਬ ਦਾ ਜਾਂ ਦਰਬਾਰ ਸਾਹਿਬ ਵੀ ਉਹਨਾਂ ਦਾ ਹੋ ਗਿਆ ਸੀ ਗਲਬਾ, ਉਹਨਾਂ ਤੋਂ ਛਡਾਉਣ ਵਾਸਤੇ ਜਦੋਂ ਸਾਡੇ ਅਕਾਲੀ ਦਲ ਵੱਲੋਂ ਮੋਰਚੇ ਲਾਏ ਗਏ, ਉਦੋਂ ਉਸ ਮੋਰਚੇ 'ਚ ਇੱਕ ਬੜੀ ਵਿਸ਼ੇਸ਼ ਘਟਨਾ ਘਟਦੀ ਸੀ ਕਿ ਜਦੋਂ ਸਾਨੂੰ ਕੋਈ ਅੰਗਰੇਜ਼ ਪੁੱਛਦਾ ਸੀ ਵੀ ਤੇਰਾ ਨਾਂ ਕੀ ਹੈ, ਤੇ ਜਿੱਦਾਂ ਹੁਣ ਅੱਜ ਕੱਲ੍ਹ ਲਛਮਣ ਸਿੰਘ ਦਾ ਦਿਨ ਆ ਰਿਹਾ, ਫਰਵਰੀ ਦੇ 22 ਦੇ ਲਾਗੇ ਹੁੰਦਾ ਉਹਨਾਂ ਦੀ ਸ਼ਹੀਦੀ, ਉੱਥੋਂ ਦੀ ਨਨਕਾਣੇ ਦੀ, ਤੇ ਉਹ ਸਾਡਾ ਸਿੱਖ ਗੁਰੂ ਕਾ ਪਿਆਰਾ ਕਹਿ ਰਿਹਾ ਕਿ ਮੇਰਾ ਨਾਂ ਲਛਮਣ ਸਿੰਘ ਹੈ। ਹਾਂ, ਸਿੰਘ। ਤੇਰੇ ਪਿਤਾ ਦਾ ਨਾਂ ਕੀ ਹੈ? ਜਦੋਂ ਪਿਤਾ ਦਾ ਨਾਂ ਪੁੱਛ ਰਿਹਾ ਉਦੋਂ ਕਹਿ ਰਿਹਾ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਮਤਲਬ ਇਹ ਪਹਿਲੀ ਕੌਮ ਹੈ ਦੁਨੀਆ ਦੀ ਜਿੱਥੇ ਇੱਕ ਮਾਂ ਤੇ ਪਿਓ ਬਣਾਇਆ ਗਿਆ, ਇੱਕ ਉਹਨਾਂ ਨੂੰ ਬਰਥ ਪਲੇਸ ਦਿੱਤੀ ਗਈ। ਜਨਮ ਕਿੱਥੇ ਤੇਰਾ? ਹੁਣ ਉਹਨੂੰ ਜਦੋਂ ਪੁੱਛਦੇ ਤੇਰਾ ਪਿਓ ਕੌਣ ਹੈ, ਤਾਂ ਉਹ ਕਹਿ ਦਿੰਦਾ ਮੇਰਾ ਪਿਓ ਗੋਬਿੰਦ ਸਿੰਘ ਹੈ। ਫਿਰ ਪੁੱਛਦੇ ਨੇ ਵੀ ਤੇਰਾ ਪਿੰਡ ਕਿਹੜਾ, ਤੇ ਉਹ ਪਿੰਡ ਦੱਸਦਾ ਮੇਰਾ ਪਿੰਡ ਅਨੰਦਪੁਰ ਸਾਹਿਬ ਹੈ। ਆਹ ਇੱਕ ਬੜੀ ਵੱਡੀ ਗੱਲ ਸੀ। ਜਦੋਂ 100 ਬੰਦਾ ਇੱਦਾਂ ਜੇਲ੍ਹ 'ਚ ਜਾਂਦਾ ਤੇ 100 ਬੰਦੇ ਦਾ ਨਾਮ ਅਗਰ ਵੀ ਸਿੰਘ ਤੇ ਪਿਓ ਵੀ ਗੋਬਿੰਦ ਸਿੰਘ ਤੇ ਜਨਮ ਵੀ ਅਨੰਦਪੁਰ ਸਾਹਿਬ ਦਾ, ਇੱਥੇ ਆ ਕੇ ਅੰਗਰੇਜ਼ ਹੈਰਾਨ ਹੋ ਜਾਂਦਾ ਵੀ ਮੈਂ ਅਜੀਬ ਗੱਲ ਦੇਖੀ ਹੈ ਨਾ ਲੋਕਾਂ 'ਚ, ਇੱਕੋ ਹੀ ਪਿਓ ਦੱਸੀ ਜਾਂਦੇ ਸਾਰੇ। ਇਹ ਪਹਿਲੀ ਕੌਮ ਹੈ ਜਿਹਦਾ 'ਚ ਵਿਸ਼ੇਸ਼ਤਾ ਹੈ। ਅਗਲੀ ਬੇਨਤੀ ਹੈ ਕਿ ਇਸ ਕੌਮ ਵਿੱਚ ਖੁਸ਼ੀ ਤੇ ਗਮੀ ਵਿੱਚ ਬਰਾਬਰਤਾ ਕੀਤੀ ਹੋਈ ਹੈ। ਕੜਾਹ ਪ੍ਰਸ਼ਾਦੀ ਦੇਗ ਬਣਾਈ ਜਾਂਦੀ ਹੈ। ਪ੍ਰਸ਼ਾਦ ਪ੍ਰਵਾਨਿਤ ਹੈ ਗੁਰੂ ਘਰ ਦਾ। ਇਸ ਪ੍ਰਸ਼ਾਦ ਨੂੰ ਬੜੇ ਹੀ ਸੰਜੀਦਗੀ ਨਾਲ, ਬੜੀ ਸੁੱਚ ਬਨੋੜ ਨਾਲ 2 ਬਾਣੀਆਂ ਦਾ ਜਾਪ ਕਰਦਿਆਂ ਤਿਆਰ ਕੀਤਾ ਜਾਂਦਾ, ਇੱਕ ਜਪਜੀ ਸਾਹਿਬ, ਇੱਕ ਆਨੰਦ ਸਾਹਿਬ, ਔਰ ਉਹਨੂੰ ਬੜੀ ਸਤਿਕਾਰ ਨਾਲ ਸਿਰ ਤੇ ਉਠਾ ਕੇ ਉੱਚੇ ਥਾਂ ਤੇ ਸਜਾਇਆ ਜਾਂਦਾ। ਇਹ ਪ੍ਰਸ਼ਾਦ ਹੈ ਜਿਹੜਾ ਬੁੱਢੇ ਤੋਂ ਬੁੱਢਾ ਲਏ, ਛੋਟੇ ਤੋਂ ਛੋਟਾ ਬੱਚਾ ਲਏ, ਉਹਨਾਂ 'ਚ એનર્ਜੀ ਵੀ ਪੂਰੀ ਆਏ ਤੇ ਟੇਸਟ ਵੀ ਵਧੀਆ ਹੋਏ। ਇਹ ਉਹ ਪ੍ਰਸ਼ਾਦ ਹੈ ਜਿਹੜਾ ਪ੍ਰਵਾਨਿਤ ਗੁਰੂ ਘਰ 'ਚ ਕੀਤਾ ਗਿਆ। ਖੁੱਲੀਆਂ ਜਾਂ ਪਤਾਸੇ ਜਾਂ ਲੱਡੂ, ਇਹ ਸਾਰੇ ਪ੍ਰਸ਼ਾਦ ਹਿੰਦੂ ਧਰਮ ਵਿੱਚ ਹੋ ਸਕਦੇ ਨੇ। ਸਿੱਖਾਂ ਦਾ ਜਿਹੜਾ ਪ੍ਰਵਾਨਿਤ ਪ੍ਰਸ਼ਾਦ ਹੈ, ਜਿਹੜੀ ਅਸੀਂ ਅਰਦਾਸ ਕੋਈ ਕਰਨੀ ਹੈ ਤੇ ਸਾਨੂੰ ਇਹੀ ਪ੍ਰਸ਼ਾਦ ਸਜਾਣਾ ਪੈਂਦਾ, ਮੌਤ ਹੋਏ ਚਾਹੇ ਆਨੰਦ ਕਾਰਜ ਹੋਏ ਚਾਹੇ ਜਨਮ ਹੋਏ। ਇਹ ਹੈ ਇਸ ਧਰਮ ਦੀ ਵਿਸ਼ੇਸ਼ਤਾ ਹੀ। ਅੱਗੇ ਹੈ ਕਿ ਇਹ ਪਹਿਲਾ ਧਰਮ ਹੈ ਦੁਨੀਆ ਦਾ ਜਿੱਥੇ ਧਾਰਮਿਕ ਸਥਾਨ ਦੇ ਨਾਲ ਇੱਕ ਲੰਗਰ ਹਾਲ ਮੇਨਟੇਨ ਕੀਤਾ ਗਿਆ, ਕਿਚਨ ਤਿਆਰ ਕੀਤੀ ਗਈ, ਰਸੋਈ ਬਣਾਈ ਗਈ, ਜਿਹਨੂੰ ਤੁਸੀਂ ਲੰਗਰ ਹਾਲ ਕਹਿੰਦੇ ਆ। ਇਸ ਲੰਗਰ ਹਾਲ ਵਿੱਚੋਂ ਅਕਬਰ ਬਾਦਸ਼ਾਹ ਭੁੰਜੇ ਬਹਿ ਕੇ ਪ੍ਰਸ਼ਾਦਾ ਛਕ ਕੇ ਜਾ ਰਿਹਾ। ਭਾਰਤ ਦਾ ਸਮਰਾਟ ਬਾਦਸ਼ਾਹ ਅਕਬਰ, ਜਦੋਂ ਸਾਡੇ ਤੇ ਹੁਕੂਮਤ ਉਹਨਾਂ ਲੋਕਾਂ ਦੀ ਹੈ, ਉਹ ਇਸ ਲੰਗਰ ਵਿੱਚੋਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਦੀ ਸੋਚ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਤੇਰਾ ਹੰਕਾਰ ਦੂਰ ਹੋਏ ਵੀ ਮੈਂ ਬਾਦਸ਼ਾਹ ਆ, ਇਹਨਾਂ ਲੋਕਾਂ ਦੇ ਗਰੀਬਾਂ ਦੇ ਨਾਲ ਬਹਿ ਕੇ ਰੋਟੀ ਖਾ ਕੇ ਆਏਗਾ, ਲੰਗਰ ਛਕ ਕੇ ਆਏਗਾ, ਫਿਰ ਮੇਰੇ ਕੋਲ ਆ ਸਕਦਾ। ਜੇ ਤੇਰੇ 'ਚ ਮਾਦਾ ਆ ਤੇ ਮੈਂ ਇੱਕ ਹਿੰਦੁਸਤਾਨ ਦਾ ਬਾਦਸ਼ਾਹ ਆ, ਫਿਰ ਤੂੰ ਪਿੱਛੇ ਮੁੜ ਸਕਦਾ। ਸਾਡੇ ਨਾਲ ਤੇਰੀ ਕੋਈ ਜ਼ਿਆਦਾ ਉਹ ਨਹੀਂ ਹੈ, ਫਕੀਰਾਂ ਨਾਲ ਤੇਰੀ ਕੋਈ ਸਾਂਝ ਨਹੀਂ ਹੁੰਦੀ, ਤੂੰ ਬਾਦਸ਼ਾਹ ਹੋਏਗਾ, ਠੀਕ ਹੈ, ਤੇ ਫਿਰ ਤੂੰ ਜਾ ਸਕਦਾ ਹੈ। ਔਰ ਉਸ ਅਕਬਰ ਨਾਲ ਉੱਥੇ ਬਹਿ ਕੇ ਪਹਿਲੀ ਵਾਰ ਪ੍ਰਸ਼ਾਦਾ ਲੰਗਰ ਵਿੱਚ ਛਕਿਆ। ਇਹ ਮਤਲਬ ਇਸ ਗੁਰੂ ਦੀ ਵਡਿਆਈ ਸੀ ਇਸ ਘਰ ਦੀ, ਜਿਹੜੀ ਅੱਜ ਸਾਡੇ ਕੋਲ ਨਿਕਲਦੀ ਜਾਂਦੀ ਹੈ। ਅਸੀਂ ਖੜੇ ਹੋ ਕੇ ਗੁਰੂ ਘਰ ਵਿੱਚ ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ, ਖੜੇ ਹੋ ਕੇ ਨਵੀਂ ਟੈਕਨੀਕ ਲੈਣ ਲੱਗੇ ਆ, ਖੜੇ ਹੋ ਕੇ ਲੰਗਰ ਛਕਣ ਦੀ। ਇਹ ਬਿਲਕੁਲ ਮੇਰੀ ਸੋਚ ਅਨੁਸਾਰ ਗਲਤ ਹੈ, ਮੈਂ ਤੁਹਾਨੂੰ ਕੁਛ ਕੰਪਲਸ ਨਹੀਂ ਕਰ ਸਕਦਾ। ਇਹ ਇਹਦੇ 'ਚ ਵਡਿਆਈ ਹੈ। ਬਰਾਬਰ ਬੈਠਣਾ, ਊਚ ਨੀਚ ਨੇ ਜਾਤ ਪਾਤ ਦਾ ਭੇਦ ਮਿਟਾ ਕੇ ਇੱਕੋ ਜਿਹਾ ਖਾਣਾ ਦੇਣਾ। ਇਹਦੇ ਨਾਲ ਨਾਲ ਇੱਕ ਹੋਰ ਇਹਦੇ 'ਚ ਖੂਬੀ ਹੈਗੀ ਸੀ
ਉਹ ਇਹ ਹੈਗੀ ਸੀ ਕਿ ਗੁਰੂ ਪਾਤਸ਼ਾਹ ਨੇ ਸਾਡੇ ਤੇ ਰਹਿਮਤ ਕੀਤੀ ਕਿ ਸਾਨੂੰ ਇੱਕ ਸਭ ਕੁਝ ਇੱਕ ਨਿਸ਼ਾਨ ਦਿੱਤਾ, ਧਰਮ ਦਾ ਚਿੰਨ੍ਹ ਦਿੱਤਾ। ਜਿਵੇਂ ਉਹਨਾਂ ਦੇ ਚੰਦ ਤੇ ਤਾਰਾ ਆ, ਹਿੰਦੂ ਵੀਰ ਦਾ ਤਰਸੂਲ ਜਾਂ ਕੋਈ ਹੋਰ ਝੰਡੀ ਹੋਏਗੀ, ਮੁਸਲਮਾਨ ਦੀ ਤੇ ਈਸਾਈ ਦਾ ਕ੍ਰਾਈਸ ਹੋਏਗਾ, ਸਾਡੇ ਕੋਲ ਹੋਏਗਾ ਖੰਡਾ ਨਿਸ਼ਾਨ ਸਾਹਿਬ ਹੋਏਗਾ। ਇਹ ਸਾਡੇ ਜਿੱਥੇ ਵੀ ਸਾਡਾ ਧਾਰਮਿਕ ਸਥਾਨ ਹੋਏਗਾ ਉਹਦੇ ਉੱਤੇ ਨਿਸ਼ਾਨ ਸਾਹਿਬ ਲੱਗਿਆ ਹੋਊਗਾ। ਇਹਦੇ ਖਾਸ ਕਲਰ ਦਿੱਤੇ ਹੋਏ ਨੇ ਦੋ, ਇੱਕ ਕੇਸਰੀ, ਇੱਕ ਸੁਰਮਈ। ਇਹ ਹੈ ਜੋ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਘਰ ਦੀ ਵਿਸ਼ੇਸ਼ਤਾ ਬਾਰੇ। ਧਰਮ ਸਾਰੇ ਚੰਗੇ ਨੇ, ਜਿਹੜੇ ਧਰਮ 'ਚ ਕਿਸੇ ਨੂੰ ਜਨਮ ਮਿਲਦਾ ਉਹਦੇ ਵਾਸਤੇ ਉਹ ਧਰਮ ਮੁਬਾਰਕ ਹੈ। ਹੁਣ ਇਸ ਧਰਮ 'ਚ ਵਿਦੜੀ ਜਿਹੜੀ ਰਲਣ ਦੀ ਵਿਧੀ ਸੀ, ਜਿਵੇਂ ਮੁਸਲਮਾਨਾਂ ਦੀ ਸੁਨਤ ਕਰਾ ਕੇ ਧਰਮ 'ਚ ਰਲਣ ਦੀ ਵਿਧੀ ਸੀ, ਈਸਾਈਆਂ ਦੀ ਪਾਣੀ 'ਚ ਗੋਤਾ ਲੈ ਕੇ ਧਰਮ 'ਚ ਰਲਣ ਦੀ ਵਿਧੀ ਸੀ, ਹਿੰਦੂ ਵੀਰਾਂ ਦੀ ਜਨੇਊ ਪਾ ਕੇ ਧਰਮ 'ਚ ਰਲਣ ਦੀ ਵਿਧੀ ਸੀ। ਇਸ ਧਰਮ 'ਚ ਜਿਹੜੀ ਵਿਧੀ ਅੱਗੇ ਤੋਰੀ ਆ ਗੁਰੂ ਗੋਬਿੰਦ ਸਿੰਘ ਤੋਂ ਬਾਅਦ, ਜਦੋਂ ਪੰਜਾਂ ਪਿਆਰਿਆਂ ਨੂੰ ਹੱਕ ਹਕੂਕ ਦਿੱਤੇ, ਉਹ ਦਿੱਤੇ ਨੇ ਪੀਵੋ ਪਹੁਲ ਖੰਡੇਤਾਰ। 5 ਬੰਦੇ ਭਾਰਤ ਵਿੱਚ ਪਹਿਲਾ ਧਰਮ ਹੈ। ਉਹਦਾ ਬੁੱਧ ਧਰਮ 'ਚ ਵੀ 5 ਬੰਦਿਆਂ ਨੇ ਦਿੱਤੇ ਆ। ਇਹ ਜਿਹੜਾ ਦੂਜਾ ਸਾਡਾ ਖਾਲਸਾ ਪੰਥ ਹੈ, ਜਿੱਥੇ 5 ਪਿਆਰਿਆਂ ਨੇ ਗੁਰੂ ਨੂੰ ਸਿਰ ਦੇਣ ਤੋਂ ਬਾਅਦ ਉਹਨਾਂ ਨੂੰ ਹੱਕ ਦਿੱਤਾ ਗਿਆ ਤੇ ਉਹਨਾਂ ਕੋਲੋਂ ਗੁਰੂ ਪਾਤਸ਼ਾਹ ਨੇ ਆਪ ਖੁਦ ਪੌਲ ਛਕੀ ਹੈ ਤੇ ਪੌਲ ਛਕ ਕੇ ਸਾਨੂੰ ਹੁਕਮ ਕੀਤਾ ਕਿ ਪੀਵੋ ਪਹੁਲ ਖੰਡੇਤਾਰ। ਇਹ ਇਹਦੇ 'ਚ ਵਿਸ਼ੇਸ਼ਤਾਵਾਂ ਨੇ। 5 ਬੰਦੇ ਹੀ ਸਾਈਡ ਤੇ ਹੋ ਜਾਣਗੇ ਤੇ ਸਾਨੂੰ ਕਹਿ ਦੇਣਗੇ ਵੀ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਧਰਮ ਦਾ ਪਿਓ ਗੁਰੂ ਗੋਬਿੰਦ ਸਿੰਘ ਬਣਿਆ, ਮਾਤਾ ਬਣੀ ਮਾਤਾ ਸਾਹਿਬ ਕੌਰ, ਤੇ ਤੁਸੀਂ ਤੁਹਾਡਾ ਜਨਮ ਹੋਇਆ ਕੇਸਗੜ੍ਹ ਦਾ ਤੇ ਵਾਸੀ ਬਣੇ ਤੁਸੀਂ ਅਨੰਦਪੁਰ ਸਾਹਿਬ ਦੇ। ਮਤਲਬ ਜੇ ਇੱਥੇ ਪਿਤਾ ਜੀ ਦਾ ਜਨਮ ਹੋਇਆ ਸੰਪੂਰਨ ਸਿੰਘ ਜੀ ਦਾ, ਤਾਂ ਇਸ ਥਾਂ ਤੇ ਹੋਇਆ ਜਾਂ ਪਿੰਡ ਵਿੱਚ ਹੋਇਆ, ਉਹ ਹੈ ਜਨਮ ਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ। ਜਿਵੇਂ ਬਾਬਾ ਜੀ ਦਾ ਜਨਮ ਉੱਥੇ ਘੁੰਮਣਾ ਵਿੱਚ ਹੋਇਆ, ਉਹ ਖਾਸ, ਸਾਰੇ ਘੁੰਮਣ ਬਹੁਤ ਹੈ, ਇੱਕ ਖਾਸ ਘਰ ਹੈ ਜਿੱਥੇ ਉਹਨਾਂ ਦਾ ਜਨਮ ਬਰਥ ਹੋਇਆ। ਉਹਨੂੰ ਕਹਿੰਦੇ ਸਾਡਾ ਜਨਮ ਪਲੇਸ ਕੇਸਗੜ੍ਹ, ਤੁਸੀਂ ਸਾਰੇ ਕੇਸਗੜ੍ਹ ਤੋਂ ਜੰਮੇ ਹੋ ਤੇ ਤੁਹਾਡਾ ਜਿਹੜਾ ਪਿੰਡ ਹੈ ਉਹ ਅਨੰਦਪੁਰ ਸਾਹਿਬ ਬਣਿਆ। ਤੇ ਤੁਸੀਂ ਸਾਰੇ ਜਦੋਂ ਇੱਕ ਦੂਜੇ ਨੂੰ ਮਿਲਣਾ, ਜਿਵੇਂ ਉਹਨਾਂ ਦਾ ਸਲਾਮਾ ਅਲੈਕਮ ਹੈ, ਉਹਨਾਂ ਦੀ ਰਾਮ ਰਾਮ ਨਮਸਤੇ ਹੈ, ਉਹਨਾਂ ਦੀ ਸਲਾਮ ਦੁਆ ਆ, ਤੇ ਸਾਡਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗੇ ਆਵਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਹ ਸਾਨੂੰ ਹੁਕਮ ਹੈ। ਤੇ ਇਹਦੇ ਨਾਲ ਨਾਲ ਆਪਾਂ ਸਵੇਰ ਦੀਆਂ 5 ਬਾਣੀਆਂ, ਸ਼ਾਮ ਦੀਆਂ 2 ਬਾਣੀਆਂ, ਸ੍ਰੀ ਗੁਰੂ ਗ੍ਰੰਥ ਤੇ ਅਟੁੱਟ ਸ਼ਰਧਾ। ਤੇ ਜਿਹੜੇ ਬੰਦੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਰਿਤ ਕਰਦੇ ਨੇ, ਉਹਨਾਂ ਦਾ ਲੋੜ ਜਿੰਨੀ ਕੁ ਯੋਗਤਾ ਉਹਦੇ ਅਨੁਸਾਰ ਜਿੰਨਾ ਕੁ ਅਸੀਂ ਸਤਿਕਾਰ ਕਰ ਸਕਦੇ ਹਾਂ। ਪਰ ਇਹ ਨਾ ਹੋਏ ਵੀ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘਟ ਜਾਏ ਤੇ ਉਸ ਸ਼ਖਸੀਅਤ ਦੇ ਸਤਿਕਾਰ ਸਾਡੇ ਕੋਲ ਰਹਿ ਜਾਏ। ਇੱਥੋਂ ਥੋੜਾ ਜਿਹਾ ਕਈ ਵਾਰ ਟਪਲਾ ਖਾ ਜਾਂਦਾ ਮਨੁੱਖ। ਇਹ ਥੋੜਾ ਮੇਰੀ ਸੋਚ ਹੈ, ਮੈਂ ਸਾਰਿਆਂ ਨੂੰ ਕੁਝ ਨਹੀਂ ਕਹਿ ਸਕਦਾ। ਬਹੁਤ ਅੱਛਾ ਇੰਤਜ਼ਾਮ ਕੀਤਾ, ਬੜੇ ਵੱਡੇ ਖਰਚ ਕੀਤੇ ਨੇ, ਜਨਰੇਟਰ ਚੱਲ ਰਹੇ ਨੇ, ਬੱਤੀਆਂ ਲੱਗੀਆਂ ਨੇ, ਤੇ ਇਹ ਤੁਹਾਡੀ ਸਾਰੀ ਰਹਿਮਤ ਨਾਲ ਹੋਇਆ, ਸੰਗਤ ਦੀ ਪ੍ਰਤਾਪ ਨਾਲ। ਸੰਗਤ ਵਿੱਚ ਬੜੇ ਬਰਕਤਾਂ ਹੁੰਦੀਆਂ ਨੇ, ਕਾਮ ਭੈਣ ਹੁੰਦੀ ਹੈ। ਤੇ ਹੋਰ ਵੀ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਅਸਥਾਨ, ਬਹੁਤ ਡੈਕੋਰੇਸ਼ਨ ਦਾ ਬੜਾ ਪੈਸਾ ਲੱਗਿਆ, ਜਾਪਦਾ ਸਾਊਂਡ ਦਾ ਬੜਾ ਪੈਸਾ ਆ। ਤੇ ਇਹ ਸਫਲਾ ਇਸੇ ਕਰਕੇ ਹੈ ਵੀ ਅਸੀਂ ਆਪਣੇ ਗੁਰੂਆਂ ਦੇ ਬਚਨਾਂ ਦੀ ਫੋਲੋ ਕਰੀਏ, ਇਹਨਾਂ ਦੀ ਜੋ ਕੁਛ ਵੀ ਸੇਵਾ ਨਿਭਾਈ ਹੈ, ਇਹਨਾਂ ਦੀ ਸੇਵਾ ਵਿੱਚ ਜੋ ਕੁਛ ਸਰਦਾ ਬਣਦਾ ਉਹਦੇ ਨਾਲ ਨਾਲ ਅਸੀਂ ਗੁਰੂ ਨਾਲ ਜਿਹੜਾ ਜੁੜ ਕੇ ਉਹਨਾਂ ਤੋਂ ਇਸ ਧਰਮ ਬਾਰੇ ਕੋਈ ਹੋਰ ਜ਼ਿਆਦਾ ਇਹਨਾਂ ਕੋਲ, ਜਿਵੇਂ ਵੀਰ ਜੀ ਨੇ ਸ਼ਬਦ ਸਾਂਝਾ ਕੀਤਾ ਕਬੀਰ ਜੀ ਦਾ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ। ਇਹਦਾ ਮਤਲਬ ਰਾਮ ਹੋਰ ਹੈ ਤੇ ਸੰਤ ਹੁਣ ਇੱਥੇ ਹੋਰ ਖੜਾ ਕੀਤਾ ਹੋਇਆ। ਤੇ ਕਾਫੀ ਕੁਛ ਹੈ ਜਿਹੜੀ ਗੋਲ ਮੋਲ ਗੱਲਾਂ ਹੁੰਦੀਆਂ ਨੇ ਬੜ ਗੁਰਬਾਣੀ ਵਿੱਚ। ਪਰ ਆਪਾਂ ਨੂੰ ਇਸ ਗੱਲ ਤੋਂ ਥੋੜਾ ਜਾਗਰੂਕ ਹੋਣਾ ਚਾਹੀਦਾ ਕਿ ਅਸੀਂ ਆਪਣਾ ਪਥ ਭ੍ਰਿਸ਼ਟ ਨਾ ਕਰੀਏ। ਸਾਡੇ ਬੱਚਿਆਂ ਨੇ ਵੀ ਸਿੱਖੀ ਚਾਹਣਾ, ਉਹਨਾਂ ਦੇ ਬੱਚਿਆਂ ਨੇ ਵੀ ਸਿੱਖੀ ਚਾਹਣਾ, ਉਹਨਾਂ ਦੇ ਬੱਚਿਆਂ 'ਚ ਵੀ ਸਿੱਖੀ ਜਾਣੀ ਹੈ। ਤੇ ਕਈ ਵਾਰ ਅਸੀਂ ਗੁੰਮਰਾਹ ਹੋ ਜਾਂਦੇ ਹਾਂ। ਜਿਵੇਂ ਕਿ ਮੈਂ ਦੇਖਿਆ ਕਿ ਉਹ ਸ਼ਖਸ ਜਿਨ੍ਹਾਂ ਦੀ ਸ਼ਕਲ ਸਿੱਖਾਂ ਵਾਲੀ ਹੈ, ਨਾਂ ਸਿੱਖਾਂ ਵਾਲੇ ਨੇ, ਤੇ ਬੋਲੀ ਪੰਜਾਬੀ ਹੈ, ਤੇ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਲੈ ਕੇ ਖੁਦ ਗੁਰੂ ਬਣੇ। ਜਦੋਂ ਉਹ ਲੋਕ ਖੁਦ ਗੁਰੂ ਬਣੇ, ਉੱਥੇ ਲੱਗ ਜਿਹੜੀ ਕੌਮ ਜਿਹੜੀ ਉਹ ਪਾਟੋ ਧਾੜ ਹੋਣੀ ਸ਼ੁਰੂ ਹੋ ਗਈ। ਤੇ ਉਹਨਾਂ ਦੇ ਆਨੰਦ ਕਾਰਜ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਨਾਲ ਹੋਏ ਹੋਣ। ਇੱਕ ਸਾਰਾ ਕੋਈ ਸਿਸਟਮ ਹੁੰਦਾ ਕੌਮ ਦਾ। ਜਿਵੇਂ ਮੈਂ ਕਿਸੇ ਨੂੰ ਪ੍ਰੋਪਰ ਤਰ੍ਹਾਂ ਨਹੀਂ ਕਿਸੇ ਦਾ ਨਾਂ ਲੈਣਾ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਮਤਲਬ 5 ਸ਼ਬਦ ਦੇਣੇ, ਜਾਂ ਕਿਸੇ ਜੇਠੂ ਵਾਲ ਜਾ ਕੇ ਆਪਣਾ ਸ਼ਬਦ ਦੇ ਦੇਣਾ, ਜਾਂ ਕੋਈ ਹੋਰੇ ਨਵਾਂ ਸ਼ਬਦ ਕੱਢ ਲੈਣਾ, ਜਾਂ ਕੋਈ ਇੱਥੇ ਬਟਾਲੇ ਬਹਿ ਕੇ ਲੋਕਾਂ ਨੂੰ ਖੀਰ ਖਵਾਲ ਕੇ ਲੁੱਟਣਾ, 5-5 ਕਰੋੜ ਰੁਪਈਆ ਬਟੋਰ ਲੈਣਾ। ਇਹ ਗੱਲਾਂ ਦੁਨੀਆ ਵਿੱਚ ਤਾਂ ਚੱਲ ਸਕਦੀਆਂ, ਪਰ ਰੱਬ ਦੀ ਦਰਗਾਹ 'ਚ ਸਾਰੇ ਫੈਸਲੇ ਸੱਚੇ ਸੱਚ ਹੀ, ਉੱਥੇ ਸੱਚੇ ਹੀ ਸੱਚ ਨਿਬੜੈ। ਚੁਣਬਖ ਕੱਢਿਆ ਜਜਮਾਲਿਆ, ਥਾਓ ਨਾ ਪਾਨ ਕੂੜਿਆਰ, ਮੂੰਹ ਕਾਲਾ ਦੋਜਕ ਚਾਲਿਆ। ਸੱਚ ਨੂੰ ਜਰਾ ਤਰਜੀਹ ਦੇਣੀ ਹੈ। ਇਹ ਸੰਤਾਂ ਦਾ ਵੀ ਬਚਨ ਹੁੰਦਾ ਸੀ ਵੀ ਜਿਹੜਾ ਸੱਚ ਬੋਲਦਾ, ਜਿਹਦਾ ਵਿਹਾਰ ਸ਼ੁੱਧ ਹੈ, ਜਿਹੜਾ ਚਾਲ ਚੱਲਣ ਤੋਂ ਉੱਚਾ ਆ, ਉਹ ਗੁਰੂ ਦੀ ਗੋਦ ਵਿੱਚ ਬੈਠਾ ਆ। ਉਹਦਾ ਮਤਲਬ ਉਹਦਾ ਜੀਵਨ, ਜੇ ਸਾਡਾ ਵਿਹਾਰ ਸਾਫ਼ ਨਹੀਂ ਹੈ, ਅਸੀਂ ਲੋਕਾਂ ਕੋਲ ਪੈਸੇ ਲੈ ਕੇ ਮੋੜਦੇ ਨਹੀਂ ਗਏ, ਜਾਂ ਅਸੀਂ ਬਹੁਤ ਵਿਆਜ ਲੈ ਰਹੇ ਹਾਂ,
ਇਹ ਕੁਛ ਐਸੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਅੱਜ ਸੋਚ ਕੇ ਸਮਾਜ ਵਿੱਚ ਬਦਲਣ ਦੀ ਲੋੜ ਹੈ। ਸੋ ਜਦੋਂ ਅਸੀਂ ਧੀ ਸਿੱਖ ਅੱਗੇ ਤੋਰਨੀ ਤੇ ਅਗਲਾ ਬੰਦਾ ਸਮੈਕ ਲੈਂਦਾ ਆ ਜਾਂ ਉਹ ਸ਼ਰਾਬ ਪੀਂਦਾ, ਮੈਂ ਸ਼ਰਾਬ ਤੇ ਇੱਕ ਛੋਟੀ ਜਿਹੀ ਬੇਨਤੀ ਕਰਦਾ ਹੁੰਦਾ ਵੀ ਪਿਆਰਿਓ, ਜਿਹੜੇ ਸਾਡੇ ਪੰਜਾਬ ਵਿੱਚ ਨਾ ਭੁੱਕੀ ਵਿਕ ਸਕਦੀ ਹੈ, ਨਾ ਫੀਮ ਵਿਕ ਸਕਦੀ, ਨਾ ਚਰਸ ਵਿਕ ਸਕਦੀ ਹੈ, ਨਾ ਇੱਥੇ ਕੈਪਸੂਲ ਵਿਕ ਸਕਦੇ, ਨਾ ਡੋਡੇ ਵਿਕ ਸਕਦੇ, ਨਾ ਇੱਥੇ ਕੋਈ ਪਿੰਡ ਵਿੱਚ ਸ਼ਰਾਬ ਨਿਕਲ ਸਕਦੀ ਹੈ। ਇੱਥੇ ਕੇਵਲ ਜਿਹੜੀ ਅਲਕੋਹਲ ਡਿਸਟਿਲਡ ਅਲਕੋਹਲ ਹੈ ਫੈਕਟਰੀ 'ਚੋਂ ਬਣ ਕੇ ਸ਼ਰਾਬ ਆਉਂਦੀ, ਉਹੀ ਵੇਚੀ ਜਾ ਸਕਦੀ, ਉਹ ਵੀ ਲਾਇਸੈਂਸ ਦੇ ਕੇ ਵੇਚੀ ਜਾ ਸਕਦੀ। ਹਰ ਬੰਦਾ ਘਰ 'ਚ ਰੱਖ ਕੇ ਵੇਚ ਨਹੀਂ ਸਕਦਾ, ਨਾ ਦੁਕਾਨ 'ਤੇ ਰੱਖੀ ਜਾ ਸਕਦੀ, ਇੱਕ ਖਾਸ ਖਾਤਾ ਬਣਾ ਕੇ ਉੱਥੇ ਵੇਚੀ ਜਾ ਸਕਦੀ ਸਿਰਫ। ਤੇ ਉਹਦੇ ਉੱਤੇ ਲਿਖ ਦਿੱਤਾ ਹੋਇਆ ਕਿ ਪੀਣਾ ਸਿਹਤ ਲਈ ਹਾਨੀਕਾਰਕ ਹੈ। ਤੇ ਜਿਹੜੇ ਬੰਦੇ ਨੂੰ ਸਿਹਤ ਦਾ ਗਿਆਨ ਨਹੀਂ ਹੈ ਵੀ ਮੇਰੀ ਸਿਹਤ ਕਿਵੇਂ ਬਰਕਰਾਰ ਰਹਿ ਸਕਦੀ, ਸਿਹਤ ਦੁਨੀਆ 'ਚ ਬਹੁਤ ਹੀ ਅਹਿਮ ਚੀਜ਼ ਹੈ, ਇਹ ਤੋਂ ਵੱਡੀ ਹੋਰ ਚੀਜ਼ ਮੈਨੂੰ ਕੋਈ ਨਜ਼ਰ ਨਹੀਂ ਆ ਰਹੀ। ਜੇ ਨਾਮ ਹੈ ਤੇ ਸਿਹਤ ਨਾਲੇ ਨਾਮ ਹੈ, ਜੇ ਸਿਹਤ ਨਹੀਂ ਹੈ ਤੇ ਮੈਂ ਨਾਮ ਵੀ ਜਿਹੜਾ ਕੋਈ ਉੱਚ ਅਵਸਥਾ ਨੂੰ ਪਹੁੰਚ ਜੇ ਤਾਂ ਉਹਦਾ ਚੱਲ ਜੇ, ਨਹੀਂ ਤਾਂ ਇਹਦੀ ਦਾੜ ਪੀੜ ਨੂੰ ਮੈਨੂੰ ਖਲੋ ਨਹੀਂ ਦਿੰਦੀ, ਇਹਦਾ ਢਿੱਡ ਪੀੜ ਪੈ ਜਾਏ, ਇਹਨੂੰ ਨਾਨੀ ਚੇਤੇ ਆ ਜਾਂਦੀ ਵੀ ਹੁਣ ਮੈਂ ਕਿੱਦਾਂ ਬਚਣਾ। ਸਿਹਤ ਇੱਕ ਬੜੀ ਵੱਡੀ ਚੀਜ਼ ਹੈ। ਸੋ ਨਸ਼ੇ ਨਾਲ ਸਿਹਤ ਦਾ ਬਹੁਤ ਵੱਡਾ ਘਾਤਕ ਹਮਲਾ ਨੁਕਸਾਨ ਹੋ ਰਿਹਾ। ਦੂਸਰਾ, ਨਸ਼ੇ ਨਾਲ ਸਾਨੂੰ ਇਕਨੋਮਿਕਲ ਚਾਹੀਦੀ ਹੈ, ਆਰਥਿਕਤਾ ਸਿੱਖਾਂ ਕੋਲ ਚਾਹੀਦੀ ਹੈ ਚੰਗੀ, ਸਾਡਾ ਪੈਸਾ ਧੇਲਾ, ਤੇ ਨਸ਼ੇ ਨਾਲ ਪੈਸਾ ਧੇਲਾ ਬਹੁਤ ਬਰਬਾਦ ਹੋ ਰਿਹਾ। ਉਹਦੇ ਨਾਲ ਸਾਡੇ ਝੂਠੇ ਪਰਚੇ ਦਰਜ ਹੋ ਰਹੇ ਨੇ, ਬਹੁਤ ਝੂਠ ਬੋਲਿਆ ਜਾ ਰਿਹਾ। ਧਰਮ ਦੀ ਦੁਨੀਆ ਵਿੱਚ ਵੀ ਕਾਫੀ ਝੂਠ ਚੱਲਦਾ ਹੈ, ਰਾਜਨੀਤਿਕ ਤਾਂ ਝੂਠ ਹੈ ਸੀ, ਇਸ ਦੁਨੀਆ ਵਿੱਚ ਵੀ ਕਾਫੀ ਝੂਠ, ਜਿਹੜਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਹੈ ਕੁਛ ਹਿੱਸਾ। ਇਸ ਕਰਕੇ ਸਾਨੂੰ ਬੜਾ ਜਾਗਰੂਕ ਹੋਣਾ ਚਾਹੀਦਾ ਤੇ ਸੱਚ ਦੀ ਬੜੀ ਪ੍ਰੌੜਤਾ ਕੀਤੀ ਜਾ ਰਹੀ ਹੈ। ਤੇ ਦੂਸਰੀ ਜਿਹੜੀ ਤੀਜੀ ਚੀਜ਼ ਬੰਦੇ ਨੂੰ ਚਾਹੀਦੀ ਹੈ, ਇਹ ਬੰਦੇ ਨੂੰ ਇੱਜ਼ਤ ਚਾਹੀਦੀ ਹੈ। ਹਰ ਬੰਦਾ ਇੱਜ਼ਤ ਦਾ ਭੁੱਖਾ ਹੈ, ਹਰ ਬੰਦਾ ਹੀ ਇੱਜ਼ਤ ਚਾਹੁੰਦਾ। ਤੁਸੀਂ ਇਹਦੇ 'ਚ ਇੱਕ ਫੈਕਟਰ ਹੈ, ਡੂ ਰਿਸਪੈਕਟ ਐਂਡ ਗੈਟ, ਇੱਜ਼ਤ ਕਰੋ ਤੇ ਫਿਰ ਇੱਜ਼ਤ ਕਰਾਓ। ਜੇ ਮੈਂ ਇਹ ਕਹਾਂ ਵੀ ਮੇਰੀ ਇਹ ਇੱਜ਼ਤ ਹੋਣੀ ਚਾਹੀਦੀ, ਹੋਰ ਕਿਸੇ ਦੀ ਨਹੀਂ ਹੋਣੀ ਚਾਹੀਦੀ, ਫਿਰ ਫੈਕਟਰ ਫੇਲ ਹੋ ਜਾਊਗਾ। ਇਸ ਕਰਕੇ ਇਹ ਵੀ ਮਨੁੱਖ ਨੂੰ ਚਾਹੀਦਾ। ਤੇ ਨਸ਼ੇ ਵਾਲੇ ਬੰਦੇ ਦੀ ਕੋਈ ਖਾਸ ਇੱਜ਼ਤ ਨਾ ਸਮਾਜ ਵਿੱਚ ਹੋਏਗੀ, ਨਾ ਉਹਦੇ ਪਰਿਵਾਰ ਵਿੱਚ ਰਹੇਗੀ। ਚੌਥੀ ਚੀਜ਼ ਚਾਹੀਦੀ ਹੈ, ਸਾਡੇ ਅਸੀਂ ਪਰਿਵਾਰ ਬਣਾ ਕੇ ਰਹਿੰਦੇ ਹਾਂ, ਹਿਊਮਨ ਬੀਇੰਗ ਹੈ, ਅਸੀਂ ਮਨੁੱਖ ਜਾਤੀ ਹੈ, ਅਸੀਂ ਇੱਕ ਟੱਬਰ ਬਣਾਉਂਦੇ ਹਾਂ, ਇੱਕ ਘਰ ਬਣਾਉਂਦੇ ਹਾਂ। ਇਹ ਤੋਂ ਹੇਠਲੀਆਂ ਕੈਟੇਗਰੀਆਂ ਪਸ਼ੂ ਪੰਛੀ ਇਹ ਟੱਬਰ ਨਹੀਂ ਬਣਾ ਕੇ ਰਹਿੰਦੇ। ਕਿਸੇ ਵੀ ਗਾਂ ਦੀ ਬੱਚੀ ਨੂੰ ਨਹੀਂ ਪਤਾ ਮੇਰਾ ਪਿਓ ਕੌਣ ਹੈ, ਕਿਸੇ ਜਾਨਵਰ ਨੂੰ ਆਪਣੇ ਪਿਓ ਦਾ ਜ਼ਿਆਦਾ ਨਹੀਂ ਪਤਾ, ਨਾ ਮਾਸੀ ਦਾ ਪਤਾ। ਸਾਡਾ ਇੱਕ ਪੂਰਾ ਸਿਸਟਮ ਚੱਲਦਾ ਸਮਾਜ ਦਾ। ਸਾਰੀ ਦਿਨ ਦਾ ਬੰਦਾ ਥੱਕਿਆ ਘਰ ਆਉਂਦਾ ਤੇ ਉੱਥੇ ਘਰ ਆ ਕੇ ਉਹਨੂੰ ਚੈਨ ਨਾ ਮਿਲੇ, ਅੱਗ ਲੱਗ ਜਾਏ ਅੱਗੇ ਨਾਲ ਵੀ, ਤੇ ਫਿਰ ਤਾਂ ਉਹ ਘਰ ਦਾ ਕੋਈ ਸੁੱਖ ਨਹੀਂ ਹੋਇਆ। ਘਰ 'ਚ ਸੁੱਖ, ਨਸ਼ੇ ਵਾਲੇ ਘਰ 'ਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਰਹਿ ਸਕਦੀ। ਗੁਰੂ ਕੇ ਬਚਨ ਬਹੁਤ ਨੇ ਇਹਦੇ ਸੰਬੰਧ 'ਚ, ਇਸ ਕਰਕੇ ਸਾਨੂੰ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ। ਦੂਸਰਾ, ਨਗੁਰੇ ਕਾ ਹੈ ਨਾ ਬੁਰਾ, ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਵੇਂ ਉਹਨਾਂ ਦੀ ਸੁਨਤ ਬੜੀ ਜ਼ਰੂਰੀ ਹੈ, ਉਹਨਾਂ ਦਾ ਪਾਣੀ 'ਚ ਗੋਤਾ ਦਾ ਜਨੇਊ, ਤੇ ਤੁਹਾਡਾ ਇੱਦਾਂ ਹੁਣ ਅਜੋਕੇ ਸਮੇਂ 'ਚ 5 ਪਾਰਿਆਂ ਤੋਂ ਪਹੁੰਚ ਛੱਕ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਚਰਨ ਛੰਨ ਹੋ ਕੇ ਤੇ ਨਾਲ ਨਾਲ ਸੰਗਤੀ ਰੂਪ 'ਚ ਜੁੜ ਕੇ ਆਪਣੇ, ਮੈਂ ਤਾਂ ਹੁਣ ਪਿੰਡਾਂ ਬਾਰੇ ਜ਼ਿਆਦਾ ਸੋਚਦਾ ਵੀ ਪਿੰਡਾਂ ਵਿੱਚ ਕੁੜੀਆਂ ਦੇ ਆਨੰਦ ਕਾਰਜ ਕੀਤੇ ਜਾਣ, ਕਿਉਂਕਿ ਗਰੀਬ ਨੇ ਵੀ ਕੁੜੀ ਵਿਆਹਣੀ ਹੈ। ਸਿੱਖ ਰਹਿਤ ਮਰਿਆਦਾ ਨੂੰ ਮੱਦੇ ਨਜ਼ਰ ਰੱਖਿਆ ਜਾਏ, ਜੋ ਅਕਾਲ ਤਖਤ ਤੋਂ ਪ੍ਰਿੰਟ ਹੋਈ ਹੈ ਉਹਨੂੰ ਥੋੜਾ ਧਿਆਨ ਵਿੱਚ ਰੱਖਿਆ ਜਾਏ, ਉਹਦੇ ਅਨੁਕੂਲ ਹੀ ਸਾਰੇ ਕੰਮ ਕੀਤੇ ਜਾਣ। ਅਮੀਰ ਵੀ ਉਦਾਂ ਹੀ ਕਰੇ ਤੇ ਗਰੀਬ ਵੀ ਉਦਾਂ ਹੀ। ਅਮੀਰ ਨਾ ਆਪਣੇ ਪੈਸੇ ਦਾ ਦਿਖਾਵਾ ਕਰਨਾ ਤੇ ਆਨੰਦ ਕਾਰਜ ਤੇ ਨਾ ਕਰੇ। ਹੁਣ ਜੇ ਸੰਤਾਂ ਨੇ ਤੋਰੀ ਸੀ ਮਰਿਆਦਾ ਵੀ ਆਪਾਂ ਥੋੜੇ ਜਿਹੇ ਬੰਦੇ ਜਾ ਕੇ ਲੁਟਕੀ ਨੂੰ ਉਸੇ ਤਰੀਕੇ ਨਾਲ ਸਾਦੇ ਕੱਪੜਿਆਂ ਵਿੱਚ ਲੈ ਕੇ ਆ ਜਾਈਏ, ਤੇ ਸਾਨੂੰ ਵੀ ਇਹਨਾਂ ਸਾਰਿਆਂ ਸਥਾਨਾਂ ਤੋਂ ਉਹ ਚੀਜ਼ ਨੂੰ ਅੱਗੇ ਵਧਾਉਣ ਦੀ ਲੋੜ ਸੀ। ਤੇ ਜੇ ਅਸੀਂ ਉਹ ਚੀਜ਼ਾਂ ਛੱਡ ਕੇ ਹੋਰੇ ਤਰੀਕੇ ਨਾਲ ਅਸੀਂ ਕੰਮ ਕਰਨ ਲੱਗੇ, ਫਿਰ ਉਹ ਲੋਕ ਸਾਨੂੰ ਮੂੰਹ ਦੇ ਨਹੀਂ ਕਹਿ ਦੇਣਗੇ, ਉੱਦਾਂ ਗੱਲਾਂ ਕਰਨਗੇ ਵੀ ਲੈ ਜੇ ਬਾਬੇ ਦਾ ਨਾਂ ਲੈਂਦੇ ਤੇ ਹੁਣ ਉਹਨਾਂ ਕਦੇ ਗੱਲ ਨਹੀਂ ਸੀ ਕੀਤੀ, ਹੁਣ ਇਹਨੇ ਆਹ ਵੀ ਕੀਤਾ, ਹੁਣ ਆਹ ਵੀ ਕੀਤਾ, ਇੱਦਾਂ ਦੀਆਂ ਗੱਲਾਂ ਫਿਰ ਸਾਡੀਆਂ ਬਾਹਰ ਜਾਂਦੀਆਂ, ਉਹ ਜਿਹੜੀਆਂ ਸਾਡੀ ਫੇਵਰ 'ਚ ਠੀਕ ਨਹੀਂ। ਭਾਵ ਸਾਨੂੰ ਸਮਾਜ ਨਾਲ ਰਲ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ, ਇਹਨਾਂ ਵਿੱਚ ਵਧਣਾ ਚਾਹੀਦਾ, ਤੇ ਬਾਕੀ ਜਿੰਨਾ ਵੱਧ ਤੋਂ ਵੱਧ ਸਿਮਰਨ ਹੋਏ ਉਹ ਕਰਨਾ, ਤੇ ਨਾਲ ਨਾਲ ਇੱਕ ਦੀ ਟੇਕ ਰੱਖਣੀ ਹੈ, ਮੜੀਆਂ ਤੇ ਨਹੀਂ ਜਾਣਾ, ਕਬਰਾਂ ਤੇ ਨਹੀਂ ਜਾਣਾ। ਸੰਤਾਂ ਦੇ ਸਾਹਮਣੇ ਇੱਕ ਮਾੜੀ ਜੀ ਮਾਤਾ ਰਾਣੀ ਬਣਾਈ ਹੁੰਦੀ ਸੀ ਪਿੱਪਲ ਦੇ ਮੜ 'ਚ, ਉਹ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਗਈ। ਪਹਿਲਾਂ ਉੱਥੇ ਪਿੰਡ ਦੀਆਂ ਬੀਬੀਆਂ, ਕਿਉਂਕਿ ਇਹਨਾਂ ਨੂੰ ਸਿੱਖੀ ਮਾਰਗ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਕਈ ਕਰੇ। ਇੱਥੇ ਵੀ ਪਿੰਡਾਂ 'ਚ ਦੇਖਦਾ ਜਠੇਰੇ ਬਣੇ ਨੇ, ਗੁਰਦੁਆਰੇ ਦੇ ਵਿੱਚ ਹੀ ਜਠੇਰਾ ਬਣਿਆ ਹੋਇਆ, ਤੇ ਸਾਰੀ ਸੰਗਤ ਪਹਿਲਾਂ ਜਠੇਰੇ ਨੂੰ ਜਾਂਦੀ ਹੈ ਤੇ ਗੁਰਦੁਆਰੇ ਐਵੇਂ ਮੱਥਾ ਟੇਕ ਕੇ ਮੁੜ ਪੈਂਦੇ ਨੇ। ਇਹ ਗੱਲਾਂ ਸਾਡੇ 'ਚ ਬਹੁਤ ਹੀ ਹਾਸੋਹੀਣੀਆਂ ਨੇ। ਔਰ ਇਹਦੇ ਨਾਲ ਨਾਲ ਇੱਕ ਜਿਹੜੀ ਸਾਡੀ ਗੁਰਦਾਸਪੁਰ ਦੀ ਪ੍ਰੋਬਲਮ ਹੈ, ਉਹ ਇੱਥੇ ਜਿਹੜੇ ਮੇਰੇ ਈਸਾਈ ਬਰਾਦਰੀ ਦੇ ਵੀਰ ਨੇ, ਉਹਨਾਂ ਦੇ ਪ੍ਰੀਚਰ ਬੜੇ ਤੇਜ਼ ਨੇ,
ਭਾਵ ਉਹਨਾਂ ਦਾ ਸੌਦਾ ਜਿੱਦਾਂ ਦਾ ਹੈ, ਪਰ ਉਹਨਾਂ ਦਾ ਸੇਲਮੈਨ ਬੜਾ ਤਕੜਾ। ਤੇ ਮੈਨੂੰ ਸਿੱਖਾਂ ਦਾ ਸੇਲਮੈਨ ਨਹੀਂ ਪਸੰਦ ਆਇਆ, ਇਹ ਸੇਲਮੈਨ ਬੜਾ ਨਕਾਰਾ ਸਾਬਤ ਹੋ ਰਿਹਾ। ਇਹਨਾਂ ਦਾ ਮਾਲ ਬੜਾ ਵਧੀਆ ਸੀ ਤੇ ਇਨੀ ਕਾਂ ਸੇਲ ਨਹੀਂ ਉਹਨੂੰ ਕਰ ਪਾਏ, ਇਹ ਆਪਣੇ ਤੱਕ ਵੀ ਨਹੀਂ ਲਾ ਸਕੇ। ਇਸ ਕਰਕੇ ਸਾਡੇ ਗੁਰਦਾਸਪੁਰ 'ਚ ਉਹਨੇ ਬੜਾ ਜ਼ੋਰ ਲਾਇਆ ਹੋਇਆ। ਤੇ ਇੱਥੇ ਇੱਕ ਐਂਦੀ ਸਾਈਡ ਤੇ ਸਿੱਖਾਂ ਦਾ ਮੁੰਡਾ ਉਹ ਈਸਾਈ ਬਣਿਆ। ਉਹਨਾਂ ਆਪਣੇ ਇਲਾਕੇ 'ਚ ਸਾਡੇ ਘੁੰਮਣਾ ਵਿੱਚ ਜਿੱਥੇ ਇੱਦਾਂ ਦੇ ਮਹਾਂਪੁਰਖ ਹੋਏ, ਉੱਥੇ ਇੱਕ ਸਿੱਖਾਂ ਦਾ ਮੁੰਡਾ ਈਸਾਈ ਬਣਿਆ। ਜੇ ਅੱਖਾਂ ਮੇਰੀਆਂ ਅੱਖਾਂ ਲੋ ਆ ਗਈ, ਹੁਣ ਉਹਦੀਆਂ ਅੱਖਾਂ ਅੰਨੀਆਂ ਫੇਰ ਹੋਣੀਆਂ ਨੇ। ਹੁਣ ਉਹ ਕਿਸੇ ਸਾਡੇ ਮੁੰਡੇ ਨੂੰ ਕਹਿ ਰਿਹਾ ਸੀ, ਮੇਰੇ ਭਰਾ ਨੂੰ, ਵੀ ਮੈਨੂੰ ਮਿਸ਼ਨ ਹਸਪਤਾਲ 'ਚ ਲੈ ਜਾ, ਮੈਨੂੰ ਹੁਣ ਦਿਖਦਾ ਨਹੀਂ ਗਾ। ਜਿੱਥੇ ਕਹਿੰਦਾ ਸੀ ਮੈਨੂੰ ਈਸ਼ਾ ਜੀ ਨਾਲ ਹਵਾ ਲੈਤੀ ਲੋ, ਅੱਜ ਉਹਦੀ ਲੋ ਬੰਦ ਫੇਰ ਹੋਣ ਡਈ ਹੈ। ਰੱਬ ਦੇ ਕ੍ਰਿਸ਼ਨੇ ਹੁੰਦੇ ਨੇ। ਸਾਨੂੰ ਆਪਣਾ ਧਰਮ ਛੱਡ ਕੇ ਕਦੇ ਵੀ ਦੂਸਰੇ ਧਰਮ ਵੱਲ ਨੂੰ ਨਹੀਂ ਜਾਣਾ ਚਾਹੀਦਾ। ਸਾਡੇ ਮਾਨਸੀਆਂ, ਚਾਚੀਆਂ, ਤਾਈਆਂ, ਜੇ ਸਾਡੇ ਗੁਰੂ ਨਾਨਕ ਨਹੀਂ ਬਾਂਹ ਨਹੀਂ ਫੜੀ, ਫਿਰ ਜਿਹੜੀ ਮੈਨੂੰ ਕਹਿਣਾ ਪੈਂਦਾ ਵੀ ਜਿਹੜੀ ਬੱਚੀ ਜਿਹੜੀ ਗਾਈ ਨਾਲ ਦਿੱਤੀ ਹੈ, ਜੇ ਬੱਚੀ ਨੂੰ ਗਾਈ ਨਹੀਂ ਦੁੱਧ ਦੇਂਦੀ ਤੇ ਉਹਨੂੰ ਫਿਰ ਮੱਝ ਕਦੇ ਵੀ ਦੁੱਧ ਨਹੀਂ ਦੇਊਗੀ, ਦੂਜੀ ਗਾਂ ਵੀ ਦੁੱਧ ਨਹੀਂ ਦੇਊਗੀ। ਆਪਣੀ ਮਾਂ ਕੋਲੋਂ ਦੁੱਧ ਲੈਣਾ ਚਾਹੀਦਾ, ਉਹ ਹੈਗੀ ਸਾਡੀ ਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸਾਨੂੰ ਬਿਲਕੁਲ ਇਹਨਾਂ 'ਤੇ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਤੇ ਨਾਲ ਨਾਲ ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤੇ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਨੀ ਸੰਗਤ ਕਰਨੀ ਚਾਹੀਦੀ ਹੈ। ਤੇ ਤੁਹਾਡਾ ਤਕਰੀਬਨ ਸਾਰਾ ਟਾਈਮ ਹੋ ਗਿਆ ਤੇ ਮੈਂ ਤੁਹਾਡੇ ਨਾਲ ਕੋਈ ਜ਼ਿਆਦਾ ਸਾਂਝ ਨਹੀਂ ਪਾਈ, ਨਾ ਮੈਨੂੰ ਕੋਈ ਜ਼ਿਆਦਾ ਅਕਲ ਹੈਗੀ ਹੈ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਇਹ ਮੇਰੇ ਭਰਾਵਾਂ ਦਾ ਜੋ ਯੋਗਦਾਨ ਹੈ ਇਹ ਚੱਲਦਾ ਰਹੇ ਤੁਹਾਡੇ ਸਹਿਯੋਗ ਨਾਲ। ਤੇ ਤੁਸੀਂ ਗੁਰੂ ਘਰ ਨੂੰ ਜ਼ਰੂਰ ਵੱਧਦੇ ਜਾਓ। ਪਿੰਡਾਂ ਦੇ ਗੁਰਦੁਆਰੇ ਤੁਹਾਡੇ ਬੰਦ ਹੁੰਦੇ ਜਾ ਰਹੇ ਨੇ, ਉਹਦਾ ਮੈਨੂੰ ਬੜਾ ਦੁੱਖ ਹੈ। ਇੱਦਾਂ ਨਹੀਂ ਹੋਣਾ ਚਾਹੀਦਾ। ਪਿੰਡ 'ਚ ਇੱਕ ਵਧੀਆ ਗ੍ਰੰਥੀ ਸਿੰਘ, ਉਹਦੀ ਇੱਜ਼ਤ ਹੋਣੀ ਚਾਹੀਦੀ ਹੈ। ਇਸ ਧਰਮ ਵਿੱਚ ਪਹਿਲੀ ਵਾਰ ਇਸ ਧਰਮ ਵਿੱਚ ਰਾਜਨੀਤੀ ਤੇ ਧਰਮ ਨੂੰ ਜੋੜ ਦਿੱਤਾ ਹੋਇਆ, ਪਰ ਜਿੱਥੇ ਰਾਜਨੀਤੀ ਤੇ ਧਰਮ ਜੋੜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਤੋਂ, ਉੱਥੇ ਇੱਕ ਬੜੀ ਵਿਸ਼ੇਸ਼ ਗੱਲ ਕੀਤੀ ਗਈ ਹੈ ਕਿ ਧਰਮ ਦਾ ਪਰਦਾ ਉੱਚਾ ਕੀਤਾ ਗਿਆ ਤੇ ਰਾਜਨੀਤੀ ਧਰਮ ਦੇ ਥੱਲੇ ਕੀਤੀ ਗਈ ਹੈ। ਅਜੇ ਵੀ ਤੁਸੀਂ ਦੋ ਨਿਸ਼ਾਨ ਦੇਖੋਗੇ ਕਿ ਅਕਾਲ ਤਖਤ ਦੇ, ਤੇ ਜਿਹੜਾ ਧਰਮ ਦਾ ਨਿਸ਼ਾਨ ਹੈ ਪੀਰੀ ਦਾ, ਉਹ ਉੱਚਾ ਆ ਥੋੜਾ ਜਿਹਾ, ਤੇ ਜਿਹੜਾ ਮੀਰੀ ਦਾ ਉਹ ਥੋੜਾ ਜਿਹਾ ਨੀਵਾਂ ਰੱਖਿਆ ਹੋਇਆ। ਇਹਦਾ ਮਤਲਬ ਸੀ ਵੀ ਧਰਮ ਉੱਪਰ ਰਹੇਗਾ ਤੇ ਰਾਜਨੀਤੀ ਧਰਮ ਦੇ ਥੱਲੇ ਚੱਲੇਗੀ। ਅੱਜ ਜਿਹੜੀ ਰਾਜਨੀਤੀ ਉਹ ਧਰਮ ਨੂੰ ਕ੍ਰੋਸ ਕਰਕੇ ਬਹੁਤ ਉੱਚੀ ਥਾਂ 'ਤੇ ਜਾਣ ਰਹੀ ਹੈ ਤੇ ਧਰਮ ਦਾ ਬਿਲਕੁਲ ਪੱਲੜਾ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ। ਇਹਦੇ ਨਾਲ ਸਾਡੇ ਬਜ਼ੁਰਗਾਂ ਦੀ ਕੀਤੀ ਹੋਈ ਕਾਰਗੁਜ਼ਾਰੀ ਅਸੀਂ ਸਾਰੀ ਖੂਜ ਪਾਉਣ ਲੱਗੇ ਹਾਂ। ਇਸ ਕਰਕੇ ਸਾਨੂੰ ਇਹ ਗੱਲ ਨੂੰ ਬੜੀ ਧਿਆਨ ਰੱਖਣਾ ਚਾਹੀਦਾ। ਰਾਜਨੀਤੀ ਚੱਲਣਾ ਚੱਲੋ, ਮੈਨੂੰ ਕੋਈ ਇਤਰਾਜ਼ ਨਹੀਂ, ਆਪੋ ਆਪਣੀ ਸੋਚ ਹੁੰਦੀ ਹੈ, ਕਿਉਂਕਿ ਸਿੱਖ ਨੂੰ ਰਾਜ ਭਾਗ ਕਰਨ ਦਾ ਗੁਰੂ ਦਾ ਹੁਕਮ ਹੈ। ਅਸੀਂ ਕਹਿੰਦੇ ਰਾਜ ਕਰੇਗਾ ਖਾਲਸਾ, ਅਸੀਂ ਇਸ ਗੱਲ ਨੂੰ ਤਰਜੀਹ ਦਿੰਦੇ ਹਾਂ ਤੇ ਅਸੀਂ ਰਾਜ ਕੀਤਾ ਆ। ਖਾਲਸੇ ਦਾ ਰਾਜ ਬਹੁਤ ਵਧੀਆ ਹੋਇਆ, ਉਹਦੇ 'ਚ ਅਸੀਂ ਹਿੰਦੂਆਂ ਨੂੰ ਬੜੀ ਸਤਿਕਾਰ ਦਿੱਤਾ, ਮੁਸਲਮਾਨਾਂ ਨੂੰ ਸਤਿਕਾਰ ਦਿੱਤਾ। ਇਹ ਤਾਂ ਨਹੀਂ ਕਿਹਾ ਵੀ ਅਸੀਂ ਉੱਥੇ ਸਾਰੇ ਅੰਮ੍ਰਿਤਧਾਰੀਏ ਬੰਦੇ ਹੋਣਗੇ, ਹਰ ਕੈਟੇਗਰੀ ਨੂੰ ਅਸੀਂ ਬਰਾਬਰਤਾ ਦਿੱਤੀ ਹੋਈ ਹੈ। ਸਾਡਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਹੋਇਆ, ਜਿੱਥੇ ਸਾਡੀ ਕਰੰਸੀ ਚੱਲੀ ਹੈ, ਉਸ ਕਰੰਸੀ ਦੇ ਉੱਤੇ ਤੇਗ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਆਈ ਹੈ ਤੇ ਦੂਜੇ ਪਾਸੇ ਲਿਖਿਆ ਗਿਆ ਦੇਗ ਤੇਗ ਫਤਿਹ ਲਿਖੀ ਗਈ ਹੈ। ਉੱਥੇ ਅਸੀਂ ਹਰ ਇੱਕ ਨੂੰ ਸਤਿਕਾਰ ਦਿੱਤਾ। ਐਸੀ ਕੋਈ ਗੱਲ ਰਣਜੀਤ ਸਿੰਘ ਨਾਲ ਕੀਤੀ ਵੀ ਮੈਂ ਜਿਹੜੇ ਸਿੱਖ ਹੈ ਉਹਨਾਂ ਨੂੰ ਵਿਸ਼ੇਸ਼ ਅਹੁਦੇ ਦਊਂਗਾ, ਮੁਸਲਮਾਨਾਂ ਨੂੰ, ਅੰਗਰੇਜ਼ਾਂ ਨੂੰ ਵੀ ਅਸੀਂ ਆਪਣੇ ਬਰਾਬਰ ਬਿਠਾਲ ਕੇ ਬੈਂਤੂਰੇ ਨੂੰ ਜਿਹੜਾ ਤੋਪਖਾਨੇ ਦਾ ਇੰਚਾਰਜ ਬਣਾਇਆ। ਯੋਗਤਾ ਦੇ ਕੇ ਅਸੀਂ ਉਹਦਾ ਜ਼ਰੂਰ ਇੱਜ਼ਤ ਕੀਤੀ ਹੈ, ਪਰ ਐਸੀ ਸੋਚ ਨਹੀਂ ਰੱਖੀ ਵੀ ਅਸੀਂ ਇੱਥੇ ਇਕੱਲੇ ਸਿੱਖ ਹੋਈਏ, ਬਾਕੀ ਇੱਥੇ ਕੋਈ ਨਾ ਹੋਏ। ਜੇ ਅੱਜ ਵੀ ਸਾਡੀ ਸੋਚ ਹੈ ਤੇ ਇਹੋ ਸੋਚ ਹੈ ਵੀ ਜਿੱਥੇ ਵੀ ਗੁਰੂ ਨਾਨਕ ਦਾ ਮਿਸ਼ਨ ਹੋਏ ਉੱਥੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ 12 ਜੀ ਨੂੰ ਵੰਡ ਕੇ ਦਸੀਏ ਵੀ ਅਸੀਂ ਹਿੰਦੂਆਂ ਨੂੰ ਵੀ ਬਰਾਬਰ ਰੱਖਦੇ ਹਾਂ, ਕਿਉਂਕਿ ਇਹ ਪਹਿਲੀ ਕੌਮ ਹੈ ਜਿਹੜੀ ਕਹਿੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅੱਜ ਤੱਕ ਕਿਸੇ ਵੀ ਕੌਮ ਨਾਲ ਸਰਬੱਤ ਦੇ ਭਲੇ ਦੀ ਗੱਲ ਨਹੀਂ ਸੀ ਕੀਤੀ। ਇਹ ਧੰਨ ਗੁਰੂ ਨਾਨਕ ਦੀਆਂ ਵਿਸ਼ੇਸ਼ਤਾਈਆਂ ਨੇ ਜਿਹੜੇ ਇਹ ਕਹਿੰਦੇ ਨੇ। ਔਰ ਇਹ ਵੀ ਬੜੀ ਇਹਨਾਂ 'ਚ ਵਿਸ਼ੇਸ਼ਤਾ ਹੀ ਹੈ ਵੀ ਇਹਨੀ ਭਾਉ ਭਗਤ ਕਰਨੀ ਸਦਾਈ ਨੂੰ ਤਰਜੀਹ ਦਿੱਤੀ ਹੈ ਵੀ ਜੇ ਭਗਤੀ ਕਰਨੀ ਤੇ ਗਰੀਬੀ ਸੁਭਾਅ ਵਿੱਚ ਰਹੀਂ, ਕਿਤੇ ਆਕੜ ਨਾ ਜਾਈ। ਇਹ ਵੀ ਇਹਨਾਂ 'ਚ ਬੜੀ ਵਿਸ਼ੇਸ਼ਤਾ ਹੈ, ਜਿਹੜੀ ਬਹੁਤ ਕੁਛ ਹੈ ਇਹਨਾਂ ਮਿਸ਼ਨ 'ਚ ਜਿਹੜੀਆਂ ਆਮ ਲੋਕਾਂ ਨੂੰ ਅੱਜ ਸਾਨੂੰ ਲੋੜ ਹੈ। ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ। ਜਿਹੜਾ ਕੱਲ੍ਹ ਦਾ ਸਮਾਗਮ ਹੈ ਕਬੱਡੀ ਦਾ, ਉਹ ਇਲਾਕੇ ਦੇ ਬੱਚੇ ਆਉਣਗੇ, ਉਹਨਾਂ ਨੂੰ ਜੇ ਸਨਮਾਨਿਤ ਵੀ ਵੀਰ ਜੀ ਕਰਦੇ ਹੁੰਦੇ ਨੇ ਕਰਨਗੇ, ਤਾਂ ਕਿ ਇਹਨਾਂ 'ਚ ਨਸ਼ਿਆਂ ਦੇ ਰੁਝਾਨ ਘੱਟ ਹੋ ਕੇ ਇਹ ਬਾਡੀ ਸੰਭਾਲਣ ਦਾ ਯਤਨ ਕਰਨ। ਪਰ ਮੈਨੂੰ ਇਹ ਵੀ ਦੁੱਖ ਹੈ ਕਿ ਇੱਕ ਮੈਨੂੰ ਜਾਣਾ ਪਿਆ, ਇੱਕ ਸਾਡਾ ਮੁੰਡਾ ਸੀ 1.5 ਗੁਆੜ ਦੇ ਲਾਗੇ ਅਠਵਾਲ ਦਾ, ਉਹਦੇ ਬੜੀਆਂ ਵੱਡੀਆਂ ਰੇਡਾਂ ਸਨ, ਉਹਦੇ ਮੈਨੂੰ ਭੋਗ ਤੇ ਜਾਣਾ ਪਿਆ ਤੇ ਉਹ ਮੁੰਡੇ ਨਾਲ ਸ਼ਰਾਬ ਪੀ ਪੀ ਕੇ ਆਪਣਾ ਆਪ ਤਬਾਹ ਕਰ ਦਿੱਤਾ, ਮਰ ਗਿਆ ਮੁੰਡਾ। ਔਰ ਹਜੇ 2 ਬੇਟੀਆਂ ਜੰਮੀਆਂ ਉਹਨਾਂ, ਪਰ ਮਾਂ ਪਿਓ ਤੋਂ ਬਾਹਰ ਹੋ ਕੇ ਉਹਨਾਂ ਸ਼ਾਦੀ ਕੀਤੀ ਸੀ। ਮੈਨੂੰ ਜੋ ਕੁਛ ਉਹਦੀ ਹਿਸਟਰੀ ਪਤਾ ਲੱਗੀ, ਪਰ ਮੈਨੂੰ ਦੁੱਖ ਹੈ। ਮੇਰੇ ਕੋਲ ਵੀ ਉਹ 1-2 ਵਾਰ ਗਿਆ ਮੁੰਡਿਆਂ ਨਾਲ, ਤੇ ਮੈਂ ਮੈਨੂੰ ਬੜਾ ਦੁੱਖ, ਮੈਂ ਉਹਨੂੰ ਆਂਦਾ ਸੀ ਵੀ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਕੇਸ ਰੱਖ ਲੈਣਾ। ਅਜੇ ਮੈਂ ਕਿਸੇ ਨੂੰ ਵਿਸ਼ੇਸ਼ ਤੌਰ ਤੇ ਕੋਈ ਐਸੀ ਗੱਲ ਨਹੀਂ ਕੀਤੀ, ਪਰ ਮੈਨੂੰ ਉਹਦੇ ਮਿਰਗ ਤੇ ਵੀ ਜਾਣਾ ਪਿਆ ਭੋਗ ਤੇ। ਇੱਕ ਮੁੰਡਾ ਸਾਡਾ ਹੋਰ ਸੀ ਜਿਹੜਾ
ਮਸਤਕੋਟ ਦਾ ਸੀ, ਉਹ ਚੰਗਾ ਬਾਡੀ ਬਿਲਡਰ ਸੀ। ਉਹ ਵੀ ਵਿਚਾਰਾ ਪਤਾ ਨਹੀਂ ਪ੍ਰੋਟੀਨ ਖਾ ਖਾ ਕੇ, ਮੈਂ ਇਹਨਾਂ ਵੀ ਜੇ ਸਰੀਰ ਬਣਾਉਣਾ ਆ ਤੇ ਜਿੱਦਾਂ ਸਾਡੇ ਪਹਿਲੇ ਦੇਸੀ ਪਹਿਲਵਾਨ ਕੋਲੇ ਵਰਗੇ ਚੱਲਦੇ ਰਹੇ, ਉਸ ਤਰੀਕੇ ਨਾਲ ਤੁਸੀਂ ਸਰੀਰ ਬਣਾਓ। ਜਿਹੜੀ ਪ੍ਰੋਟੀਨ ਬਾਹਰੋਂ ਲੈ ਲੈ ਕੇ ਤੁਸੀਂ ਖਾ ਖਾ ਕੇ ਆਪਣੇ ਸਰੀਰ ਨੂੰ ਗੰਢਦੇ ਆ, ਇਹਦੇ 'ਚ ਨੁਕਸਾਨ ਬੜਾ ਹੋ ਰਿਹਾ। ਬੜੀ ਨਾਜ਼ੁਕ ਅੰਦਰ ਫੇਫੜੇ ਨੇ, ਨਾਲ ਗੁਰਦੇ ਨੇ, ਲਿਵਰ ਪਿਆ, ਬੜੀ ਹੀ ਸੌਫਟ ਬਾਡੀ ਅੰਦਰਲੇ ਪਾਸੇ ਦੀ ਹੈ। ਇਹਨੂੰ ਹਰ ਚੀਜ਼ ਐਦਾਂ ਨਾ ਦੇਈ ਚਲੋ। ਉਦੋਂ ਦੁੱਖ ਲੱਗਦਾ ਜਦੋਂ ਐਸੇ ਬੰਦੇ ਸਾਡੀ ਕੌਮ ਵਿੱਚੋਂ ਨਿਕਲ ਜਾਂਦੇ ਨੇ। ਪਰ ਮੈਨੂੰ ਇਹ ਵੀ ਦੁੱਖ ਹੈ ਕਿ ਜਿੰਨਾ ਚਿਰ ਇਹ ਬੰਦੇ ਕੁਸ਼ਤੀ ਕਰਨਗੇ, ਜਿਨ੍ਹਾਂ ਦੇ ਕੇਸ ਨਹੀਂ ਹੈ, ਜਦੋਂ ਬਾਹਰ ਜਾ ਕੇ ਕੋਈ ਚੰਗਾ ਮਾਰਕਾ ਮੰਨ ਗਏ, ਉੱਥੇ ਸਾਡੇ ਪੰਜਾਬੀਅਤ ਨੂੰ ਤਾਂ ਉੱਪਰ ਚੁੱਕਣਗੇ, ਪਰ ਸਿੱਖਾਂ ਨੂੰ ਉੱਤੇ ਨਹੀਂ ਚੁੱਕਣਗੇ। ਸਿੱਖਾਂ ਨੂੰ ਉੱਤੇ ਉਦੋਂ ਚੁੱਕਣਗੇ ਜਦੋਂ ਉਹਨਾਂ ਦਾ ਫੇਰ ਜਿਹੜਾ ਉਹ ਸਿੱਖਾਂ ਵਾਲਾ ਹੋਏਗਾ। ਫਿਰ ਇਹ ਤੁਹਾਡਾ ਵਿਸ਼ੇਸ਼ ਇੱਕ ਫੇਸ ਹੈ ਜਿਹੜਾ ਸਾਰੀ ਦੁਨੀਆ ਵਿੱਚ ਤੁਹਾਨੂੰ ਸਰਦਾਰ ਜੀ ਲੋਕ ਕਹਿੰਦੇ ਨੇ। ਇਹ ਤੁਹਾਡੀ ਇੱਕ ਦਸਤਾਰ ਦੀ ਅਹਿਮੀਅਤ ਹੈ। ਮੈਂ ਚਾਹੁੰਦਾ ਸੀ ਵੀ ਸਾਡੇ ਜਿਵੇਂ ਇੱਥੇ ਮੁੰਡਾ ਕਾਕੂ ਹੈ, ਉਹ ਨਾ ਮੈਨੂੰ ਉਹਦੇ ਨਾਂ ਦਾ ਨਹੀਂ ਪੂਰਾ ਪਤਾ, ਉਹ ਵੀ ਇੱਥੇ ਇੱਕ ਅਕੈਡਮੀ ਖੋਲ੍ਹਣ ਲੱਗਿਆ, ਖੋਖਰਾਂ ਦਾ ਸੀ, ਅਤੇ ਉਹ ਵੀ ਮੇਰੇ ਸੰਪਰਕ 'ਚ ਆਇਆ ਇੱਕ ਵਾਰ, ਅਤੇ ਉਹ ਵੀ ਹਜੇ ਬਿਲਕੁਲ ਹੈ ਜਿਹੜੇ ਕਲੀਨ ਸੇਵ ਸੀ। ਮੈਂ ਇਸ ਗੱਲ ਤੋਂ ਥੋੜ੍ਹਾ ਤਰਜੀਹ ਦੇਣ ਲੱਗ ਪਿਆ ਵੀ ਇਹ ਗੁਰੂ ਪਾਤਸ਼ਾਹ ਦਾ ਪੰਥ ਹੈ, ਇਹ ਕੇਸਾਂ ਦੀ ਖਾਤਰ ਬਹੁਤ ਕੁਰਬਾਨੀਆਂ ਹੋਈਆਂ, ਅਤੇ ਕੇਸ ਕੁਦਰਤੀ ਦਾਤ ਹੈ। ਮੇਰੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਸਾਬਤ ਸੂਰਤ ਦਸਤਾਰ ਸਿਰਾ। ਬਾਬਾ ਜੀ ਬਹੁਤ ਜ਼ਿਆਦਾ ਬਾਣੀ ਪੜ੍ਹਦੇ ਰਹੇ, ਜਨਮ ਸਾਖੀ, ਜਿਹਦੇ 'ਚ ਐਸੇ ਬਚਨ ਲਿਖੇ ਹੋਏ ਨੇ ਕਿ ਸਾਬਤ ਸੂਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਲੈ ਕਾਫਰ ਕੁੱਤਾ ਸ਼ੈਤਾਨ। ਕੋਈ ਐਸੀ ਬਲਦੰਗ ਲਿਖੀ ਹੋਈ ਹੈ। ਇਹਨੂੰ ਬਰਕਰਾਰ ਰੱਖਣਾ, ਸ਼ਕਲ ਨੂੰ, ਸੰਤਾਂ ਦੀ ਰੀਸ ਨਹੀਂ ਕਰਨੀ। ਉਹਨਾਂ ਦਾ ਆਪਣਾ ਜੀਵਨ ਸੀ, ਉਹਨੀ ਸਾਰੀ ਜ਼ਿੰਦਗੀ ਫਕੀਰੀ ਹੰਢਾਈ ਹੈ, ਜੇਬ 'ਚ ਕੋਈ ਪੈਸਾ ਨਹੀਂ ਰੱਖਿਆ, ਤੁਹਾਡੇ ਕੋਲ ਸਭ ਕੁਝ ਦਿੱਤਾ ਹੋਇਆ, ਤੇ ਸਾਬਣ ਨਹੀਂ ਕਦੇ ਰੱਖਿਆ, ਮਾੜਾ ਜਿਹਾ ਸੋਡਾ ਬਣ ਕੇ ਆਪਣੀ ਦਾੜੀ ਨੂੰ ਲਾ ਲਿਆ, ਜਾਂ ਕਿਤੇ ਸੋਡਾ ਜ਼ਰੂਰ ਪੂੜੀ ਬੰਦੀ ਹੁੰਦੀ ਸੀ, ਤੇ ਹੋਰ ਕੋਈ ਜ਼ਿਆਦਾ ਪੈਸੇ ਦਾ ਇਨਵੈਸਟ ਨਹੀਂ ਗਈ, ਨਾ ਬਹੁਤਾ ਲਿਆ ਤੇ ਨਾ ਕਿਤੇ ਬਹੁਤਾ ਖਰਚਿਆ। ਉਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੀ। ਅਸੀਂ ਉਹਨਾਂ ਦੇ ਜਿਹੜੇ ਅਸਲੀ ਪਹਿਲੂ ਹੈ ਉਹਨਾਂ ਨੂੰ ਜ਼ਰੂਰ ਧਿਆਨ 'ਚ ਰੱਖੀਏ, ਪਰ ਅਸੀਂ ਇਕੱਲੇ ਕੇਸਾਂ ਨਾਲ ਨੂੰ ਨਾ ਤਰਜੀਹ ਦਈਏ। ਇੱਕ ਪੰਥਕ ਮਸਲਾ ਆ, ਉਹਦੇ 'ਚ ਸਾਨੂੰ ਬਹੁਤ ਕਾਫੀ ਵਾਰ ਉਹਨਾਂ ਦੀ ਗੱਲ ਕਰਨ ਲੱਗਿਆ ਸਾਨੂੰ ਦੇਖਣਾ ਪੈਂਦਾ। ਹੁਣ ਉੱਥੋਂ ਵੀ ਕਈ ਐਸੇ ਪ੍ਰਚਾਰ ਹੋ ਰਹੇ ਨੇ ਵੀ ਕੋਈ ਕੇਸਾਂ ਦੀ ਲੋੜ ਨਹੀਂ, ਇੱਦਾਂ ਦੀ ਲੋੜ ਨਹੀਂ। ਮੇਰੀ ਸੋਚ ਐਸੀ ਨਹੀਂ ਹੈ। ਉਹਨਾਂ ਵਾਸਤੇ ਉਹ ਮੁਬਾਰਕ ਹੈ ਜੇ ਤੁਸੀਂ ਲੋਕ ਇਹਨਾਂ ਲੋਕਾਂ ਨੂੰ ਹਾਈਲਾਈਟ ਕਰਦੇ ਜਾਓਗੇ। ਇਹ ਲੋਕ ਸਿੱਧੇ ਜੇ ਸਰਕਾਰ ਦੇ ਝੋਲੀ 'ਚ ਪਏ ਹੋਣਗੇ ਤੇ ਤੁਸੀਂ ਉਹਨਾਂ ਨੂੰ ਹਾਈਲਾਈਟ ਕਰੋਗੇ। ਉਸ ਬਾਬਾ ਜੀ ਨਾਲ ਕਦੇ ਵੀ ਕਿਸੇ ਰਾਜਨੀਤਿਕ ਬੰਦੇ ਨੂੰ ਫਟਕਣ ਨਹੀਂ ਸੀ ਦਿੱਤਾ ਆਪਣੇ ਲਾਗੇ, ਪਰ ਅੱਜ ਸਾਨੂੰ ਰਾਜਨੀਤਿਕਾਂ ਦੀ ਲੋੜ ਮਹਿਸੂਸ ਹੋ ਰਹੀ ਹੈ, ਪਰ ਸਾਨੂੰ ਗੁਰੂ ਦੀ ਉਨੀ ਲੋੜ ਨਹੀਂ ਰਹੀ ਜਿੰਨੀ ਸਾਨੂੰ ਰਾਜਨੀਤਿਕਾਂ ਦੀ ਲੋੜ ਮਹਿਸੂਸ ਹੋ ਗਈ। ਇਸ ਕਰਕੇ ਕੁਛ ਬਹੁਤ ਗੱਲਾਂ ਨੇ ਜਿਹੜੀਆਂ ਸਾਨੂੰ ਕਾਫੀ ਡਿਟੇਲ 'ਚ ਲੈਣੀਆਂ ਪੈਣੀਆਂ। ਸਾਨੂੰ ਉਹਨਾਂ ਦੀ ਵੀ ਲੋੜ ਹੈ, ਸਾਨੂੰ ਉਹਨਾਂ ਦੀ ਵੀ ਲੋੜ ਹੈ। ਇਸ ਕਰਕੇ ਅੱਗੇ ਵਧੀਏ। ਸਾਰੀਆਂ ਮੇਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦੇਣ ਦਾ ਯਤਨ ਕਰੋ, ਐਜੂਕੇਸ਼ਨ 'ਚ ਅੱਗੇ ਵਧਾਉਣ ਦਾ ਯਤਨ ਕਰੋ। ਸਾਡੇ ਮੁੰਡੇ ਪੰਜਾਬ ਵਿੱਚ ਹੀ ਕੋਈ ਇੱਥੇ ਬੈਂਕ ਮੈਨੇਜਰ ਬਣਨ, SSP ਲੱਗਣ, ਕੋਈ ਜੱਜ ਲੱਗਣ, ਤੇ ਉਹਨਾਂ ਦੇ ਅੰਦਰ ਸਿੱਖੀ ਦੀ ਜਜ਼ਬਾਤ ਹੋਣ। ਆ ਜਿਹੜਾ ਗਵਾਲੀਅਰ ਦਾ ਕਿਲ੍ਹਾ ਬਣਿਆ, ਇੱਕ DC ਸਾਡਾ ਗਵਾਲੀਅਰ ਦਾ ਗਿਆ, ਉੱਥੇ ਸਿੱਖ DC ਗਿਆ। ਜਦੋਂ ਉੱਥੇ ਗਿਆ 84 ਤੋਂ ਬਾਅਦ ਬਣਿਆ ਇਹ ਸਾਰਾ ਕੁਛ, ਤੇ ਉਹ ਜਦੋਂ ਗਿਆ ਤੇ ਉਸ ਗਵਾਲੀਅਰ ਦੇ ਸਿੱਖਾਂ ਨੇ ਜਾ ਕੇ DC ਅੱਗੇ ਫਰਿਆਦ ਕੀਤੀ ਵੀ ਤੁਸੀਂ ਸਰਦਾਰ ਜੀ ਇੱਥੇ ਆਏ ਹੋ, ਸਾਡਾ 84 ਤਾਂ ਇੰਨੀ ਬੁਰੀ ਹਾਲਤ ਕੀਤੀ ਹੈ, ਪਰ ਅਸੀਂ ਝੱਲ ਲਿਆ। ਪਰ ਸਾਤੋਂ ਇੱਕ ਗੱਲ ਨਹੀਂ ਝੱਲੀ ਜਾਂਦੀ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ 2 ਸਾਲ ਬੈਠੇ ਰਹੇ ਹੋਣ ਤੇ ਉਹਨਾਂ ਨੂੰ ਇੰਨਾ ਕੁ ਵੀ ਥਾਂ ਨਹੀਂ ਦੇ ਰਹੇ ਨੇ, ਤੇ ਤੁਸੀਂ ਸਾਡੇ ਤੇ ਰਹਿਮਤ ਕਰੋ, ਸਾਨੂੰ ਥੋੜਾ ਜਿਹਾ ਥਾਂ ਮਿਲ ਜੇ, ਅਸੀਂ ਆਪੇ ਬਣਾ ਲਵਾਂਗੇ ਖਾਲਸੇ ਵਾਲਿਆਂ ਕੋਲ, ਸਾਨੂੰ ਥਾਂ ਲਵਾ ਦਿਓ। ਉਸੇ ਟਾਈਮ DC ਨਾਲ ਤਹਿਸੀਲਦਾਰ ਨੂੰ ਫੋਲੋ ਕੀਤਾ, ਸਾਰੇ ਪਟਵਾਰੀ ਸੱਦੇ ਉਸ ਏਰੀਏ ਨਾਲ, ਉੱਥੇ ਇੱਕ ਨਕਸ਼ਾ ਬਣਾ ਕੇ ਦਿੱਤਾ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ 2 ਸਾਲ ਰਹੇ ਨੇ, ਤੁਸੀਂ ਉਹ ਥਾਂ ਹਾਲੇ ਦਾ ਫੋਲੋ ਕਰੋ। ਜਦੋਂ ਫੋਲੋ ਕਰਿਆ, ਅੱਜ ਤੁਸੀਂ ਜਾ ਕੇ ਦੇਖੋ ਕਿ ਨਾ ਆਲੀ ਸਾਹਿਬ ਉਹ ਕਿਉਂ ਬਣਿਆ, ਕਿ ਉੱਥੇ DC ਕੌਣ ਸੀ? ਸਿੱਖ ਸੀ। ਉੱਥੇ ਕੌਮੀ ਪਿਆਰ ਸੀ, ਮੇਰੀ ਕੌਮ ਹੈ, ਸਾਡੇ 'ਚ ਕੌਮ ਦਾ ਪਿਆਰ ਖਤਰਾ ਹੁੰਦਾ ਜਾਂਦਾ। ਇਹ ਜ਼ਰੂਰ ਸਾਡੇ 'ਚ ਜਾਗਣਾ ਚਾਹੀਦਾ, ਕੌਮੀ ਪਿਆਰ ਵੀ ਮੈਂ ਜਿੱਥੇ ਸਿੱਖ ਹੈ ਉੱਥੇ ਸਿੱਖ ਹੈ, ਜਿੱਥੇ ਪੰਜਾਬੀ ਹੈ ਉੱਥੇ ਮੈਂ ਪੰਜਾਬੀ। ਸੋ ਕੱਲ ਨੂੰ ਕਬੱਡੀ ਵੀ ਤੁਸੀਂ ਦੇਖਣੀ ਹੈ, ਉਹਦਾ 'ਚ ਵੀ ਯੋਗਦਾਨ ਪਾਉਣਾ। ਸੋ ਹੁਣ ਆਨੰਦ ਸਾਹਿਬ ਦਾ ਪਾਠ ਕਰਨਗੇ ਵੀਰ ਜੀ, ਉਹ ਤੋਂ ਬਾਅਦ ਦੇਗ ਵਰਤ ਗਈ ਹੈ। ਅੱਛਾ, ਆਂਦੇ ਦੇਗ ਵਰਤ ਗਈ ਹੈ। ਹੁਣ ਫਿਰ ਸਲੋਕ ਹੋਊਗਾ ਤੇ ਕੀਰਤਨ ਦੀ ਸਮਾਪਤੀ ਦੀ ਅਰਦਾਸ ਹੋਏਗੀ, ਤੇ ਫਿਰ ਗੁਰੂ ਪਾਤਸ਼ਾਹ ਨੇ ਜਾਣਾ ਹੈ ਤੇ ਤੁਸੀਂ ਉਹਨਾਂ ਨੂੰ ਤੋਰ ਕੇ ਜਾਣਾ। ਅਸੀਂ ਸ਼ਾਇਦ ਜਾਣ ਦਾ ਯਤਨ ਕਰੀਏ ਕਿਉਂਕਿ ਧੁੰਦ ਨਹੀਂ ਹੈ ਤੇ ਬੜਾ ਹੀ ਡੇਂਜਰਸ ਹੈ ਸਫ਼ਰ ਅੱਜ ਕੱਲ੍ਹ ਦਾ। ਜਿੱਦਾਂ ਦਾ ਮੈਂ ਅੱਜ ਧੁੰਦ ਦੇਖੀ, ਮੈਂ ਅੱਜ ਬਾਹਰ ਨਿਕਲਿਆ ਨਹੀਂ ਕਦੇ ਮੈਂ ਰਾਤ ਨੂੰ, ਅੱਜ ਮੈਂ ਪਹਿਲੀ ਵਾਰ ਦੇਖਿਆ। ਬਹੁਤ ਹੀ ਸੰਜੀਦਗੀ ਨਾਲ ਤੁਰਨਾ ਪਿਆ। ਇਹ ਵੀ ਇਹ ਵੀਰ ਜੀ ਦੀ ਗੱਡੀ ਅੱਗੇ ਤੁਰੀ ਆਂਦੀ ਸੀ, ਉਹਦੇ ਹੱਥ ਦੇ ਨਾਲ ਜੀ ਇਹ ਉੱਥੇ ਜਾ ਕੇ ਪਹਿਲਾਂ ਦਾ ਜਿੱਥੇ ਸਦਕੋਏ ਦੇ ਸਾਹਮਣੇ ਨੂੰ ਪਰਲੇ ਉਧਰ ਨੂੰ ਗੱਡੀ ਮਤਲਬ ਲੈਣ ਦੇ ਰਹੇ ਸੀ ਵੀ ਆਹ ਜਿਹੜੀ ਪਿਛਲੀ ਸਾਡੀ ਪੱਟੀ ਹੈ ਉਹ ਦੇਖ ਕੇ ਤੁਰੇ ਆਉਂਦੇ ਸੀ।
ਉੱਥੇ ਬੱਟੀ ਮੁੱਕਣੀ ਸੀ, ਕ੍ਰੋਸਿੰਗ ਹੋਣੀ ਸੀ ਘੁੰਮਣਾ ਨੂੰ, ਤੇ ਉਹਦੀ ਗੱਡੀ ਵੀ ਥੋੜੀ ਉਧਰ ਨੂੰ ਹੋ ਗਈ ਤੇ ਸਾਡੇ ਵਾਲੀ ਉਧਰ ਨੂੰ ਜਾਣੀ ਮਗਰ ਮਗਰ, ਅੱਗੇ ਜਾ ਕੇ ਨਹੀਂ ਜੱਜਮੈਂਟ ਨਹੀਂ ਹੋਣ ਡਈ। ਉਦੋਵਾਲ ਤੋਂ ਮੁੜਨਾ ਸੀ, ਉਦੋਵਾਲ ਦੀ ਬਜਾਏ ਫਿਰ ਜਾ ਕੇ ਦਿਆਲਗੜ੍ਹ ਤੋਂ ਜਾ ਕੇ ਮੁੜੇ। ਤੇ ਮਤਲਬ ਇੰਨਾ ਸੀਰੀਅਸ ਹੈ ਤੇ ਗੁੱਸਾ ਨਾ ਜਾਣਾ। ਸੋ ਆਪ ਜੀ ਸ਼ਲੋਕ ਸ਼ਮੂਲੀਅਤ ਕਰੀਏ, ਫਿਰ ਅਰਦਾਸ, ਫਿਰ ਗੁਰੂ ਪਾਤਸ਼ਾਹ ਦਾ ਹੁਕਮਨਾਮਾ, ਫਿਰ ਆਪ ਜੀ ਨੇ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਇਸ ਪ੍ਰਬੰਧਕੀ ਢਾਂਚੇ ਦਾ, ਸਾਰਿਆਂ ਵੀਰਾਂ ਦਾ, ਸਵਰਨ ਸਿੰਘ ਜੀ ਦਾ ਜਾਂ ਸਰਵਣ ਸਿੰਘ ਜੀ, ਇਸੇ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਤੇ ਵਾਧਾ ਕਰਦੇ ਰਹਿਣ। ਮਹਾਰਾਜ ਇਹਨਾਂ ਨੂੰ ਇਸੇ ਤਰੀਕੇ ਨਾਲ ਆਪਣੀ ਸੇਵਾ ਲੈਂਦੇ ਰਹਿਣ। ਆਪਣੇ ਬਜ਼ੁਰਗਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੇ ਕਦਮਾਂ ਤੇ ਚੱਲਣ ਦਾ ਯਤਨ ਕੀਤਾ ਜਾਏ, ਉਹਨਾਂ ਦੇ ਕਦਮ ਨੂੰ ਮਿਸਯੂਜ਼ ਕਰਨ ਦਾ ਯਤਨ ਨਾ ਕੀਤਾ ਜਾਏ। ਤੇ ਹੁਣ ਇੰਨੀ ਬੇਨਤੀ ਜੇ ਮੈਂ ਆਪ ਜੀ ਦੇ ਸਾਹਮਣੇ ਕੀਤੀਆਂ ਨੇ, ਤੇ ਮੇਰੇ ਤੋਂ ਬਹੁਤ ਗਲਤੀਆਂ ਹੋ ਗਈਆਂ ਨੇ। ਹਰ ਬੰਦਾ ਜਿਹਨੂੰ ਮੌਕਾ ਦਊਂਗੇ ਗਲਤ ਹੋ ਜਾਂਦਾ, ਤੇ ਮੈਂ ਸਾਰੀ ਸੰਗਤ ਉੱਤੇ ਗੁਰੂ ਪਾਤਸ਼ਾਹ ਤੋਂ ਖਿਮਾ ਦਾ ਜਾ ਚੁੱਕਾ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।